BC ਦੇ ਵਿੱਚ ਜਿਹੜਾ ਹੈਗਾ ਕਾਊਂਟ ਸਾਡਾ ਥੱਲੇ ਚੱਲ ਰਿਹਾ, ਲੇਕਿਨ ਮਾਨਯੋਗ ਸਾਡੇ ਜਿਹੜੇ ਚੀਫ ਮੈਡੀਕਲ ਆਫਿਸਰ ਉਹ ਕਹਿੰਦੇ ਵੀ ਕੋਵਿਡ ਅਜੇ ਖਤਮ ਨਹੀਂ ਹੋਇਆ, ਤੁਸੀਂ ਥੋੜਾ ਸਬਰ ਕਰ ਲਓ। ਵੈਂਕੂਵਰ 에ਅਰਪੋਰਟ 'ਚ ਪਿਛਲੇ ਵਰੇ 26.9 ਮਿਲੀਅਨ ਯਾਤਰੀ ਆਏ ਸੀ, ਉਹ ਰੈਕੋਰਡ ਸੀ ਜੀ। ਲੇਕਿਨ ਹੁਣ ਵੈਂਕੂਵਰ 에ਅਰਪੋਰਟ ਸੋਚ ਰਿਹਾ ਵੀ ਆਉਣ ਵਾਲੇ 3 ਸਾਲ 'ਚ 8,000 ਤੋਂ ਮੇਬੀ ਮੈਕਸਿਮਮ 15,000 ਤੱਕ ਹੋਣ, ਲੇਕਿਨ ਉਹਨਾਂ ਨੂੰ ਆਸ ਹੈਗੀ ਵੀ 8,000 ਹੀ ਹੋਣੇ, ਜ਼ਿਆਦਾ ਨਹੀਂ ਹੋਣਾ। ਸੋ ਫਿਲਹਾਲ ਇਹਦੇ 'ਚ ਕੋਈ ਨਵੀਂ ਦਵਾਈ ਨਹੀਂ ਆਈ, ਕੋਈ ਨਵਾਂ ਰਿਸਰਚ ਨਹੀਂ ਆਇਆ, ਜਿਹੜੇ ਵੈਕਸੀਨ ਦੀ ਟ੍ਰਾਇਲ ਚੱਲ ਰਹੀਆਂ ਚੱਲਦੀਆਂ ਰਹਿਣਗੀਆਂ, ਲੇਕਿਨ ਸਾਨੂੰ ਅਜੇ ਵੀ ਫਿਜ਼ੀਕਲ ਡਿਸਟੈਂਸ ਮੇਨਟੇਨ ਕਰਨਾ ਚਾਹੀਦਾ। ਮੈਂ ਆਫਿਸ 'ਚ ਜਾਣਾ, ਲੇਕਿਨ ਬਹੁਤ ਜ਼ਿਆਦਾ ਕੋਈ ਲੋੜਵੰਦ ਬੱਚਾ ਉਹਨੂੰ ਦੇਖਦੇ ਆ, ਬਾਕੀ ਆਪਾਂ ਵਰਚੁਅਲ ਟੈਕਨੋਲੋਜੀ ਦੇ ਨਾਲ ਕੰਮ ਕਰਨ ਦੇ ਆ। ਔਰ ਜਦੋਂ ਆਪਾਂ 15 ਮਈ ਤੋਂ ਜੂਨ ਦੇ ਵਿੱਚ ਜਾਵਾਂਗੇ, ਅਗਰ ਕੇਸਿਸ ਨਾ ਵਧੇ ਤੇ ਜੂਨ ਤੋਂ ਲੈ ਕੇ ਸਤੰਬਰ 'ਚ ਸ਼ਾਇਦ ਮੂਵੀ ਥੀਏਟਰ ਵੀ ਖੁੱਲਣ, ਸ਼ਾਇਦ ਹੋਰ ਚੀਜ਼ਾਂ ਖੁੱਲਣ, ਲੇਕਿਨ ਜਿਹੜਾ ਨਾਈਟ ਕਲੱਬ ਆ, ਜਿਹੜੇ ਰਾਤ ਨੂੰ ਕਸੀਨੋ ਚੱਲਦੇ ਆ ਜਾਂ ਪਬ ਚੱਲਦੇ, ਉਹ ਸ਼ਾਇਦ ਫਿਲਹਾਲ ਉਹਨਾਂ ਦੇ ਉੱਤੇ ਕੋਈ ਗੱਲ ਨਹੀਂ ਹੋ ਰਹੀ। 50 ਤੋਂ ਉੱਤੇ ਵਾਲੀ ਗੈਦਰਿੰਗ ਇੱਥੇ ਨਹੀਂ ਹੋਣੀ ਜਦ ਤੱਕ ਟੀਕਾ ਨਹੀਂ ਇਹਦਾ ਬਣਦਾ ਜਾਂ ਕੋਈ ਦਵਾਈ ਨਹੀਂ ਆਉਂਦੀ। ਦੇਖੋ, ਬ੍ਰਿਟਿਸ਼ ਕੋਲੰਬੀਆ ਦੀ ਸਥਿਤੀ ਤੇ ਕਾਫੀ ਠੀਕ ਹੈਗੀ ਆ, ਸਾਡੇ ਕੇਸਿਸ ਵੀ ਘਟੇ ਆ, ਰਿਕਵਰੀ ਜ਼ਿਆਦਾ ਹੋ ਰਹੀ ਆ ਔਰ ਨਵੇਂ ਕੇਸਿਸ ਘਟ ਰਹੇ ਆ, ਸੋ ਸਥਿਤੀ ਚੰਗੀ ਆ। ਲੇਕਿਨ ਜਿਹੜਾ ਵੀਕਐਂਡ ਲੰਘਿਆ ਆ, ਕਿਉਂਕਿ ਧੁੱਪ ਹੋ ਗਈ ਸੀ, 30 ਡਿਗਰੀ ਦੇ ਲਾਗੇ ਜਾ ਕੇ ਟੈਂਪਰੇਚਰ ਅੱਪੜ ਗਿਆ ਜੀ। ਸੋ ਲੋਕਾਂ ਨੇ ਬੀਚਸ ਜਿਹੜੀਆਂ ਹੈਗੀਆਂ, ਖਾਸ ਕਰਕੇ ਜੈਰੀਕੋ ਬੀਚ ਜਾਂ ਦੂਜੀਆਂ ਵੈਂਕੂਵਰ ਦੀਆਂ ਬੀਚਾਂ, ਉਹ ਬਹੁਤ ਜ਼ਿਆਦਾ ਕਰਾਊਡਡ ਕਰ ਦਿੱਤੀਆਂ। 1900 ਵਾਰਨਿੰਗਸ ਦਿੱਤੀਆਂ ਗਈਆਂ ਵੈਂਕੂਵਰ 'ਚ ਵੀ ਜਿਹ 'ਚ ਫਿਜ਼ੀਕਲ ਡਿਸਟੈਂਸ ਜਿਹੜਾ ਹੈਗਾ ਉਹ ਨਹੀਂ ਰੱਖਿਆ ਜਾ ਰਿਹਾ ਸੀ। ਲਿਸਨ ਕਰ ਰਹੇ ਆ, ਲੇਕਿਨ ਇਹ ਕੁਝ ਸੋਸਾਇਟੀ ਦਾ ਸੈਗਮੈਂਟ ਆ ਜਿਹੜਾ ਉਲੰਘਣਾ ਕਰ ਰਿਹਾ, ਔਰ ਉਹਨਾਂ ਨੂੰ ਵੀ ਸਾਡੇ ਨਾਲ ਹੱਥ ਦੇ ਨਾਲ ਹੱਥ ਚੱਲ ਕੇ ਇਸ ਮੁਹਿੰਮ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਹਾਜ਼ਰ ਹਾਂ ਅੱਜ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਕੋਵਿਡ-19 ਬਾਰੇ, ਕੁਝ ਹੋਰ ਖਬਰਾਂ ਇਹਦੇ ਨਾਲ ਜੁੜੀਆਂ, ਤੇ ਅੱਜ ਦੇ ਪ੍ਰੋਗਰਾਮ ਵਿੱਚ ਖਾਸ ਤੌਰ ਤੇ ਸਰਦਾਰ ਯਾਦਵਿੰਦਰ ਸਿੰਘ ਨਿਊਯਾਰਕ ਤੋਂ ਸਾਡੇ ਨਾਲ ਜੁੜਨਗੇ। ਨਿਊਯਾਰਕ ਨੂੰ ਕਿਉਂਕਿ ਸਭ ਤੋਂ ਵੱਧ ਹਿੱਟ ਕੀਤਾ ਅਮਰੀਕਾ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਅਮਰੀਕਾ ਨੂੰ ਬਹੁਤ ਸਭ ਤੋਂ ਵੱਧ ਨੁਕਸਾਨ ਹੋਇਆ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਇਸ ਵੇਲੇ ਨਿਊਯਾਰਕ ਦੇ ਵਿੱਚ ਸਥਿਤੀ ਹੈ, ਕਿਸ ਤਰ੍ਹਾਂ ਦੀ ਉੱਥੇ ਹਾਲਾਤ ਨੇ, ਔਰ ਖਾਸ ਕਰ ਅਮਰੀਕਾ ਦੇ ਵਿੱਚ ਜਿਹੜੀ ਇੱਕ ਪੋਲੀਟੀਕਲ ਲੜਾਈ ਕਿਸਮ ਦੀ ਇਸ ਮੁੱਦੇ ਦੇ ਉੱਤੇ ਕੀਤੀ ਜਾ ਰਹੀ ਹੈ, ਚਾਹੇ ਉਹ ਜੋ ਬਾਈਡਨ ਦੇ ਬਿਆਨ ਨੇ, ਚਾਹੇ ਬਰਾਕ ਓਬਾਮਾ ਦੇ ਬਿਆਨ ਨੇ, ਤੇ ਚਾਹੇ ਰਾਸ਼ਟਰਪਤੀ ਟਰੰਪ ਦੇ ਆਪਣੀ ਇੱਕ ਵਿਚਾਰਧਾਰਾ ਆ, ਉਹਦੇ ਉੱਤੇ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਪ੍ਰੋਗਰਾਮ ਦੇ ਆਖਰ ਵਿੱਚ ਡਾਕਟਰ ਪ੍ਰਗਟ ਸਿੰਘ ਭੁਰਜੀ ਸਾਡੇ ਨਾਲ ਹੋਣਗੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਅੱਜ ਦੀਆਂ ਅਪਡੇਟਸ ਕੀ ਨੇ, ਕੀ ਨਵਾਂ ਇਸ ਕੁਛ ਵੀਕਐਂਡ ਦੇ ਵਿੱਚ ਹੋਇਆ, ਉਹਦੇ ਬਾਰੇ ਗੱਲਬਾਤ ਕਰਾਂਗੇ। ਉਹਦੇ ਤੋਂ ਪਹਿਲਾਂ ਕੁਝ ਕੁ 2-4 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਕੁਝ ਖਬਰਾਂ ਕੈਨੇਡਾ ਦੀਆਂ, ਕੁਝ ਤੁਹਾਨੂੰ ਡਾਟਾ ਦੱਸਣਾ ਇਸ ਵੇਲੇ ਕੈਨੇਡਾ ਦੇ ਵਿੱਚ ਕਿਹੜੇ ਪ੍ਰੋਵਿੰਸ ਦੇ ਵਿੱਚ ਕੀ ਹਾਲਤ ਆ, ਇੰਡੀਆ ਦੇ ਵਿੱਚ ਕੀ ਹਾਲਤ ਆ, ਤੇ ਜਿਹੜਾ ਸਾਡਾ ਪੰਜਾਬ ਆ ਉਹਦੇ ਵਿੱਚ ਕੀ ਹਾਲਤ ਆ, ਇਹਦੇ ਬਾਰੇ ਆਪਾਂ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਇੱਕ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਆ। ਉਹ ਖਬਰ ਕੀ ਆ ਕਿ ਦੁਨੀਆ ਦੇ ਵਿੱਚ ਕੋਵਿਡ-19 ਤੋਂ ਬਾਅਦ ਦੀ ਦੁਨੀਆ ਮੰਨਿਆ ਜਾ ਰਿਹਾ ਕਿ ਪਹਿਲਾਂ ਵਰਗੀ ਨਹੀਂ ਰਹਿਣੀ। ਬਹੁਤ ਸਾਰੀਆਂ ਮਹਾਮਾਰੀਆਂ ਦੁਨੀਆ ਦੇ ਵਿੱਚ ਆਈਆਂ, ਬਹੁਤ ਸਾਰੇ ਵਾਇਰਸ ਆਏ, ਪਰ ਇਸ ਵਾਇਰਸ ਨੇ ਜਿੰਨਾ ਦੁਨੀਆ ਨੂੰ ਹਿਲਾਇਆ ਕਿਸੇ ਵੀ ਵਾਇਰਸ ਨੇ ਨਹੀਂ ਹਿਲਾਇਆ। ਇੱਦਾਂ ਵੀ ਮੰਨਿਆ ਜਾ ਰਿਹਾ ਕਿ ਦੁਨੀਆ ਦਾ ਜਦੋਂ ਇਤਿਹਾਸ ਲਿਖਿਆ ਜਾਣਾ ਜਾਂ ਇਤਿਹਾਸ ਦੀ ਗੱਲ ਹੋਣੀ ਆ, ਇਹਦਾ ਇੱਕ ਪੁਆਇੰਟ ਇਹ 2019-20 ਵਾਲਾ ਬਣਨਾ ਕਿ ਇੱਕ ਕੋਵਿਡ-19 ਤੋਂ ਪਹਿਲੀ ਦੁਨੀਆ, ਇੱਕ ਕੋਵਿਡ-19 ਤੋਂ ਬਾਅਦ ਦੀ ਦੁਨੀਆ। ਬਾਅਦ ਦੀ ਦੁਨੀਆ ਕਿੱਦਾਂ ਦੀ ਹੋਣੀ ਆ, ਉਹਦੇ ਵਿੱਚ ਸਭ ਤੋਂ ਵੱਧ ਜਿਹੜੀ ਇਸ ਵੇਲੇ ਗੱਲ ਇੱਕ ਚਰਚਾ ਦੇ ਵਿੱਚ ਆ, ਉਹ ਇਹ ਆ ਕਿ ਇਹਦੇ ਤੋਂ ਬਾਅਦ ਏਅਰ ਟਰੈਵਲ ਕਿੱਦਾਂ ਦਾ ਹੋਣਾ, ਕਦੋਂ ਫਲਾਈਟਾਂ ਸੌਖੀਆਂ ਜਾਣ ਲੱਗਣੀਆਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ, ਇੱਥੋਂ ਇੰਡੀਆ ਨੂੰ, ਇੰਡੀਆ ਤੋਂ ਇੱਥੋਂ ਵੱਖ-ਵੱਖ ਦੇਸ਼ਾਂ ਨੂੰ, ਤੇ ਉਹਨਾਂ ਦੇ ਵਿੱਚ ਕਿੱਦਾਂ ਦਾ ਮਾਹੌਲ ਹੋਣਾ ਆ। ਇਹ ਖਬਰ ਇਸ ਕਰਕੇ ਵੀ ਇੰਪੋਰਟੈਂਟ ਆ। ਅੱਜ ਜਿਹੜੀ ਖਾਸ ਖਬਰ ਜਿਹਨੇ ਸਾਡਾ ਧਿਆਨ ਖਿੱਚਿਆ ਪੂਰੇ ਕੈਨੇਡਾ ਦੇ ਵਿੱਚ ਔਰ ਖਾਸ ਕਰ BC ਦੇ ਵਿੱਚ, ਕਿ ਵੈਨਕੂਵਰ 에ਅਰਪੋਰਟ ਅਥਾਰਟੀ ਆ ਜਿਹੜੀ, ਉਹਨੇ ਲੇ ਆਫ ਨੋਟਿਸ ਦੇਣੇ ਸ਼ੁਰੂ ਕਰ ਦਿੱਤੇ ਆ ਆਪਣੇ 100 ਤੋਂ ਜ਼ਿਆਦਾ EMPLOYEES ਨੂੰ। ਉਹਦਾ ਕਾਰਨ ਇਹ ਆ, ਉਹ ਕਹਿੰਦੇ ਵੀ ਸਾਡੇ ਕੋਲ ਹੈ ਹੀ ਨਹੀਂ ਕੋਈ ਜਿਹੜੇ ਟਰੈਵਲਰ ਹੀ ਹੈ ਨਹੀਂਗੇ, ਪੈਸੰਜਰ ਹੀ ਹੈ ਨਹੀਂਗੇ, ਇਸ ਕਰਕੇ ਅਸੀਂ ਤੁਹਾਡੇ ਕੋਲੋਂ ਕੀ ਕਰਾਉਣਾ। ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਬਹੁਤ ਦੁੱਖ ਆ ਕਿ ਅਸੀਂ ਆਪਣੇ ਜਿਹੜੇ ਇੰਨੇ ਲਾਇਲ EMPLOYEE ਆ, ਜਿਹੜੇ ਇੰਨੇ ਕੰਮ ਦੇ ਬੰਦੇ ਆ, ਉਹਨਾਂ ਨੂੰ ਸਾਨੂੰ ਲੇ ਆਫ ਦੇਣੀ ਪੈ ਰਹੀ ਆ, ਪਰ ਮਜਬੂਰੀ ਆ। ਇਸ ਗੱਲ ਨੇ ਸਵਾਲ ਪੈਦਾ ਕੀਤਾ ਕਿ ਉਹ 100 ਬੰਦਾ, ਮੰਨ ਲਓ ਅੱਜ ਰੈਸਟੋਰੈਂਟ ਬੰਦ ਨੇ, ਰੈਸਟੋਰੈਂਟ ਖੁੱਲ੍ਹ ਜਾਂਦੇ ਨੇ, ਉਹਦੇ ਤੋਂ ਬਾਅਦ ਉਹਨਾਂ ਨੇ ਵਾਪਸ ਆ ਜਾਣਾ ਰੈਸਟੋਰੈਂਟਸ ਦੇ ਵਿੱਚ। ਕੀ ਏਅਰਪੋਰਟ ਤੋਂ, ਇਹਨਾਂ ਸਾਰੀਆਂ ਦੁਨੀਆ ਦੀਆਂ ਏਅਰਪੋਰਟਸ ਤੋਂ ਜਿਨ੍ਹਾਂ EMPLOYEE ਨੂੰ ਲੇ ਆਫ ਮਿਲ ਰਹੀ ਆ, ਇਹ ਕਦੇ ਉੱਥੇ ਜਾਣਗੇ? ਇਹ ਬਹੁਤ ਵੱਡਾ
ਸਵਾਲ ਆ, ਕਿਉਂਕਿ ਐਂਟੀਸਪੇਟ ਕੀਤਾ ਜਾ ਰਿਹਾ, ਇੱਕ ਅੰਦਾਜ਼ਾ ਲਾਇਆ ਜਾ ਰਿਹਾ, ਇੱਕ ਇਹ ਗੱਲ ਬਾਰੇ ਸੋਚਿਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ 3 ਸਾਲਾਂ ਦੇ ਵਿੱਚ ਜਿਹੜੇ ਪੈਸੰਜਰ ਨੇ ਉਹ 8 ਮਿਲੀਅਨ ਤੱਕ ਰਹਿ ਜਾਣਗੇ ਸਿਰਫ, ਜਿਹੜੇ ਕਿ ਪਹਿਲਾਂ 26 ਮਿਲੀਅਨ ਇੱਕ ਸਾਲ ਦੇ ਵਿੱਚ ਹੁੰਦੇ ਸੀ। ਸੋ 26 ਮਿਲੀਅਨ ਪੈਸੰਜਰ ਜੇ ਸਾਲ ਦੇ ਵਿੱਚ ਟਰੈਵਲ ਕਰਦੇ ਸੀ, ਉਹ 8 ਮਿਲੀਅਨ ਰਹਿ ਜਾਣੇ ਆ 3 ਸਾਲਾਂ ਤੱਕ। ਇਹਦਾ ਅਸਰ ਕਿੱਥੇ ਤੱਕ ਰਹਿਣਾ? ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਟਰੈਵਲ ਹੋਣਾ ਕਿੱਦਾਂ ਦਾ ਆ। ਪਹਿਲੀ ਗੱਲ ਤਾਂ 40% ਲੋਕ ਜਿਹੜੇ ਉਹ ਇਸ ਵੇਲੇ ਇਹ ਕਹਿ ਰਹੇ ਆ ਕਿ ਜਿੱਦਣ ਇਹ ਸਾਰਾ ਕੁਝ ਬੰਦ ਹੋ ਗਿਆ, ਕੋਵਿਡ-19 ਦਾ ਰੌਲਾ ਗੋਲਾ, ਕਰੋਨਾ ਵਾਇਰਸ ਦਾ ਨਿਬੜ ਗਿਆ, ਉਹਦੇ ਤੋਂ ਬਾਅਦ ਵੀ ਅਸੀਂ 6 ਮਹੀਨੇ ਉਡੀਕ ਕਰਾਂਗੇ ਕਿ ਅਸੀਂ ਕਿਤੇ ਜਾਣਾ ਕਿ ਨਹੀਂ। ਦੋ ਗੱਲਾਂ ਨੇ, ਇੱਕ ਤਾਂ ਲੋਕ ਨਹੀਂ ਜਾ ਰਹੇ ਫਲਾਈਟ ਦੇ ਵਿੱਚ, ਇੰਟਰਨੈਸ਼ਨਲ ਟਰੈਵਲ ਨਹੀਂ ਕਰ ਰਹੇ, ਇੱਕ ਤਾਂ ਹੈ ਕਿ ਉਹਨਾਂ ਨੂੰ ਪਰਮਿਸ਼ਨ ਨਹੀਂ ਆ, ਸਰਕਾਰਾਂ ਅਲਾਓ ਨਹੀਂ ਕਰਦੀਆਂ, ਸਾਰਾ ਕੁਝ ਬੰਦ ਪਿਆ। ਦੂਜੀ ਗੱਲ, ਲੋਕਾਂ ਨੂੰ ਇਹ ਪੁੱਛਿਆ ਗਿਆ ਕਿ ਜੇ ਇਹਨੂੰ ਖੋਲ੍ਹ ਵੀ ਦਿੱਤਾ ਜਾਵੇ ਤਾਂ ਕੀ ਤੁਸੀਂ ਜਾਓਗੇ? ਉਹ ਕਹਿੰਦੇ 6 ਮਹੀਨੇ ਤੱਕ ਅਸੀਂ ਬਿਲਕੁਲ ਨਹੀਂ ਜਾਵਾਂਗੇ। ਲਗਭਗ ਅੱਧੇ ਲੋਕਾਂ ਨੇ ਇਹ ਗੱਲ ਕਹੀ ਆ ਕਿ ਅਸੀਂ 6 ਮਹੀਨੇ ਤੱਕ ਟਰੈਵਲ ਨਹੀਂ ਕਰ ਸਕਾਂਗੇ। ਇਹਦੇ ਨਾਲ ਹੀ ਜਿਹੜਾ ਸਵਾਲ ਪੈਦਾ ਹੁੰਦਾ ਕਿ ਉਹ ਟਰੈਵਲ ਹੋਣਾ ਕਿੱਦਾਂ ਦਾ ਆ। ਹੁਣ ਜਿੰਨਾ ਚਿਰ ਇਹਦੀ ਵੈਕਸੀਨ ਨਹੀਂ ਆਉਂਦੀ, ਉਹਨਾਂ ਚਿਰ 6 ਫੁੱਟ ਦੀ ਦੂਰੀ ਵਾਲਾ ਹਿਸਾਬ ਤਾਂ ਰੱਖਣਾ ਪਊਗਾ। ਜੇ 6 ਫੁੱਟ ਦੀ ਦੂਰੀ ਵਾਲਾ ਹਿਸਾਬ ਰੱਖਣਾ ਪਊਗਾ ਤਾਂ ਜਹਾਜ਼ ਦੇ ਵਿੱਚੋਂ ਕਿੱਦਾਂ ਰਹੂਗੀ? ਇੱਕ ਗੱਲ ਇਹਦੇ ਬਾਰੇ ਹੋਰ ਸਪਸ਼ਟ ਹੋ ਰਹੀ ਆ ਕਿ ਕਿਰਾਇਆ ਬਹੁਤ ਮਹਿੰਗਾ ਹੋ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜੀ ਤੁਸੀਂ 1000-1200 ਦੀ ਟਿਕਟ ਲੈ ਕੇ ਇੰਡੀਆ ਚਲੇ ਜਾਂਦੇ ਸੀ, ਆਉਣ ਵਾਲਾ ਸਮਾਂ ਇਦਾਂ ਦਾ ਨਹੀਂ ਰਹਿਣਾ। ਕਈ ਗੁਣਾ ਇਹ ਟਿਕਟ ਦਾ ਕਿਰਾਇਆ ਵੱਧ ਸਕਦਾ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਇਹ ਆ ਕਿ ਜਿਹੜੇ ਟਰੈਵਲ ਕਰਨ ਵਾਲੇ ਨੇ, ਜਿਹੜੇ ਸਵਾਰੀਆਂ ਨੇ, ਜਿਹੜੇ ਪੈਸੰਜਰ ਨੇ, ਉਹ ਘਟ ਜਾਣੇ ਆ। ਜਿੱਥੇ ਇੱਕ ਜਹਾਜ਼ ਪੂਰਾ ਭਰਿਆ ਜਾਂਦਾ ਸੀ, ਉਹਦੇ ਵਿੱਚ ਹੁਣ ਸ਼ਾਇਦ ਥੋੜ੍ਹੇ ਲੋਕ ਜਾ ਸਕਣ। ਉਹਦੀ ਕਪੈਸਿਟੀ 50-60% ਤੱਕ ਘਟ ਸਕਦੀ ਆ। ਵੱਖ-ਵੱਖ ਮਾਡਲ ਆ ਰਹੇ, ਹਾਲੇ ਕਿ ਇਹਦੇ ਬਾਰੇ ਕੋਈ ਵੀ ਇਹ ਨਹੀਂ ਫਿਕਸ ਹੋਇਆ ਕਿ ਕੀ ਹੋਣਾ ਆ, ਪਰ ਬਹੁਤ ਸਾਰੀਆਂ ਜਿਹੜੀਆਂ 에ਅਰਲਾਈਨਸ ਆ ਉਹਨਾਂ ਦੇ ਅੰਦਾਜ਼ੇ ਲੱਗ ਰਹੇ ਆ। ਉਹ ਸੋਚਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿ ਇਹਦਾ ਬਣਨਾ ਕੀ ਆ ਜਦੋਂ ਇੰਟਰਨੈਸ਼ਨਲ ਟਰੈਵਲ ਜਿਹੜਾ ਦਸੰਬਰ ਤੱਕ ਜੇ ਖੁੱਲ੍ਹਦਾ ਆ। 9/11 ਵਾਲਾ ਜਿਹੜਾ ਟੈਰਰਿਸਟ ਅਟੈਕ ਸੀ, ਉਹ ਬਹੁਤ ਸਾਰੇ ਲੋਕਾਂ ਨੂੰ ਯਾਦ ਹੋਊਗਾ। ਜਿਸ ਤਰ੍ਹਾਂ ਉਸ ਅਟੈਕ ਤੋਂ ਬਾਅਦ ਸਿਕਿਉਰਿਟੀ ਟਾਈਟ ਹੋਈ ਸੀ, ਇਸੇ ਤਰ੍ਹਾਂ ਹੀ ਕਹਿੰਦੇ ਸਿਕਿਉਰਿਟੀ ਹੋ ਜਾਣੀ ਹੈ। ਇਹ ਵੱਖਰੀ ਗੱਲ ਆ ਵੀ ਇਹ ਸਿਕਿਉਰਿਟੀ ਵਾਇਰਸ ਤੋਂ ਜਿਹੜੀ ਕੀਤੀ ਜਾ ਰਹੀ ਆ, ਉਹਦੇ ਬਾਰੇ ਬਹੁਤ ਕੁਝ ਜਿਹੜੀ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਆ, IATA ਜਿਹਨੂੰ ਕਹਿੰਦੇ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਲਗੇਜ ਬਹੁਤ ਘੱਟ ਹੋਇਆ ਕਰੂਗਾ, ਸਕਰੀਨਿੰਗ ਤੁਹਾਡੀ ਬਹੁਤ ਜ਼ਿਆਦਾ ਹੋਣੀ ਆ। ਤੁਸੀਂ ਬੋਰਡ ਕਰੋਗੇ, ਏਅਰਪੋਰਟ ਦੇ ਵਿੱਚ ਦਾਖਲ ਹੋਣ ਤੋਂ ਲੈ ਕੇ ਆਪਣੀ ਸੀਟ ਤੱਕ ਬੈਠਣ ਤੱਕ ਉਹਨਾਂ ਦੀ ਕੋਸ਼ਿਸ਼ ਆ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਟੱਚ ਨਾ ਕਰੋ। ਕਿਸੇ ਵੀ ਚੀਜ਼ ਨੂੰ ਟੱਚ ਕੀਤੇ ਬਿਨਾਂ ਉੱਥੇ ਜਾ ਕੇ ਤੁਸੀਂ ਬੈਠ ਜਾਓ। ਬਹੁਤ ਸਾਰੇ ਇਹ ਵੀ ਹੋ ਸਕਦਾ ਕਿ ਉਹ ਕਹਿੰਦੇ ਤੁਹਾਡੀ ਜਿਹੜੀ ਹੈਗੀ ਆ ਜਿਹੜੀ ਵੌਇਸ ਐਕਟੀਵੇਟਡ ਟਰਮੀਨਲਸ ਹੋਣਗੇ, ਤੁਹਾਡੀ ਆਵਾਜ਼ ਸੁਣ ਕੇ ਉਹ ਜਿਹੜਾ ਰਿਸਪੌਂਡ ਕਰਨਗੇ, ਤੁਹਾਡੀ ਫੇਸ਼ੀਅਲ ਰੈਕੋਗਨੀਸ਼ਨ ਹੋਊਗੀ, ਜਿੱਦਾਂ ਫੇਸ ID ਆਪਾਂ ਫੋਨ ਨੂੰ ਖੋਲ੍ਹਣ ਦੇ ਲਈ ਕਰਦੇ ਹਾਂ, ਉਹ ਤੋਂ ਕੋਈ ਹਿਸਾਬ ਕਿਤਾਬ ਲਾਉਣਗੇ ਵੀ ਇਹਦੇ ਨਾਲ ਤੁਹਾਡੀ ਰੈਕੋਗਨੀਸ਼ਨ ਹੋ ਜਾਵੇ, ਜਾਂ ਹੋਰ ਜਿਹੜੇ ਬਾਇਓਮੈਟ੍ਰਿਕ ਸਿਸਟਮ ਆ ਉਹ ਹੋਣਗੇ। ਇੰਸ਼ੋਰੈਂਸ ਬਹੁਤ ਜ਼ਰੂਰੀ ਹੋ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ। ਘੱਟੋ ਘੱਟ 4 ਘੰਟੇ ਪਹਿਲਾਂ ਤੁਹਾਨੂੰ ਏਅਰਪੋਰਟ ਤੇ ਪਹੁੰਚਣਾ ਪਊਗਾ ਇੰਟਰਨੈਸ਼ਨਲ ਫਲਾਈਟ ਦੇ ਲਈ। ਔਰ ਸਭ ਤੋਂ ਜ਼ਰੂਰੀ ਚੀਜ਼ ਹੋਊਗੀ ਤੁਹਾਡੀ ਹੈਲਥ ਅਸੈਸਮੈਂਟ। ਤੁਹਾਨੂੰ ਜਹਾਜ਼ ਚੜ੍ਹਨ ਤੋਂ ਪਹਿਲਾਂ ਉਹ ਪੂਰਾ ਜਿਹੜਾ ਯਕੀਨੀ ਬਣਾਉਣਗੇ ਕਿ ਤੁਸੀਂ ਠੀਕ ਠਾਕ ਹੋ, ਤੁਹਾਡੀ ਸਿਹਤ ਠੀਕ ਆ। ਉਹਦੇ ਲਈ ਉਹ ਤੁਹਾਡਾ ਬਲੱਡ ਟੈਸਟ ਵੀ ਕਰਨਗੇ, ਤੁਹਾਡੀ ਈਵਨ ਉਹ ਕਹਿੰਦੇ ਆ ਕਿ ਲੰਗਸ ਦੀ CT ਸਕੈਨ ਵੀ ਹੋ ਸਕਦੀ ਆ, ਇਹ ਚੈੱਕ ਕਰਨ ਦੇ ਲਈ ਕਿ ਤੁਸੀਂ ਠੀਕ ਹੋ। ਸਿਰਫ ਟੈਂਪਰੇਚਰ ਨਾਲ ਨਹੀਂ, ਜਿਵੇਂ ਕਿ ਟੈਂਪਰੇਚਰ ਦੇਖ ਲਿਆ ਉਹਦੇ ਨਾਲ ਤੁਹਾਡੀ ਗੱਲ ਸਾਰੀ ਖਤਮ ਹੋ ਗਈ। ਟੈਂਪਰੇਚਰ ਨਹੀਂ, ਤੁਹਾਡਾ ਬਲੱਡ ਟੈਸਟ, ਤੁਹਾਡੀ ਲੰਗਸ ਦੀ CT ਸਕੈਨ ਤੱਕ। ਤੁਸੀਂ ਤਸਵੀਰਾਂ ਮੇਰੇ ਪਿੱਛੇ ਦੇਖ ਰਹੇ ਹੋ, ਇਹ ਸਾਰੀਆਂ ਤਸਵੀਰਾਂ ਆਉਣ ਵਾਲੇ ਸਮੇਂ ਦੀਆਂ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹ ਟਰੈਵਲ ਕਿਸ ਤਰ੍ਹਾਂ ਦਾ ਹੋਣਾ ਆ, ਤੁਹਾਡੇ ਫੇਸ ਦੇ ਟੈਂਪਰੇਚਰ ਲਏ ਜਾਣਗੇ। ਉਹਦੇ ਤੋਂ ਬਾਅਦ ਤੁਸੀਂ ਆਹ ਤਰੀਕਾ ਜਿਹੜਾ ਤੁਸੀਂ ਇਸ ਵੇਲੇ ਪਿੱਛੇ ਦੇਖ ਰਹੇ ਹੋ ਜਹਾਜ਼ ਦੇ ਵਿੱਚ ਬੈਠਣ ਦਾ ਹੋਊਗਾ, ਸੀਟਾਂ ਦਾ, ਉਹਦਾ ਵੀ ਉਹਨਾਂ ਨੇ ਇੱਕ ਤਰੀਕਾ ਲੱਭਿਆ। ਅੱਛਾ, ਜਿਹੜਾ ਤੁਹਾਨੂੰ ਖਾਣਾ ਮਿਲਦਾ ਜਹਾਜ਼ ਦੇ ਵਿੱਚ, ਉਹ ਕਹਿੰਦੇ ਵੀ ਜਿਹੜੀਆਂ ਵੈਂਡਿੰਗ ਮਸ਼ੀਨਸ ਨੇ ਉਹ ਬੋਰਡਿੰਗ ਵੇਲੇ ਹੀ ਹੋਣਗੀਆਂ, ਉੱਥੋਂ ਤੁਸੀਂ ਚੱਕ ਲਓ। ਵੈਂਡਿੰਗ ਮਸ਼ੀਨ ਦੇ ਉੱਤੇ ਜਾਓ, ਉੱਥੋਂ ਆਪਣਾ ਖਾਣਾ ਚੱਕੋ ਤੇ ਅੰਦਰ ਲੈ ਜਾਓ। ਔਰ ਕੋਈ ਵੀ ਤੁਹਾਡੀ ਉਹ ਜਿਹੜੀ ਟੱਚ ਸਕਰੀਨ ਵਾਲੀ ਐਂਟਰਟੇਨਮੈਂਟ ਹੁੰਦੀ ਕਿ ਤੁਸੀਂ ਕੋਈ ਫਿਲਮ ਲਾ ਲਈ ਜਾਂ ਉਹ ਕਰ ਲਈ, ਟੱਚ ਵਾਲਾ ਕੰਮ ਖਤਮ ਕਰ ਦਿੱਤਾ ਉਹਨਾਂ ਨੇ, ਉਹ ਨਹੀਂ ਹੋਊਗਾ। ਤੁਹਾਨੂੰ ਪਤਾ ਲਿਟਰੇਚਰ ਬਹੁਤ ਸਾਰਾ ਪਿਆ ਹੁੰਦਾ, ਮੈਗਜ਼ੀਨ ਪਏ ਹੁੰਦੇ ਆ ਉਹਦੇ ਵਿੱਚ ਥੱਲੇ, ਤੁਸੀਂ ਉਹ ਪੜ੍ਹ ਸਕਦੇ ਹੋ, ਦੇਖ ਸਕਦੇ ਹੋ। ਉਹਨਾਂ ਦੀ ਇਨ ਫਲਾਈਟ ਬਹੁਤ ਕੁਛ ਹੁੰਦਾ, ਉਹ ਸਾਰਾ ਕੁਛ ਉਹ ਕਹਿੰਦੇ ਬੰਦ। ਵੀਡੀਓਜ਼ ਹੋਣਗੀਆਂ ਜਿਹੜੀਆਂ ਤੁਹਾਨੂੰ ਦੱਸਣਗੀਆਂ, ਬਾਰ-ਬਾਰ ਤੁਹਾਨੂੰ ਉਹ ਹੱਥ ਸੈਨੀਟਾਈਜ਼ ਕਰਨ ਦੇ ਲਈ ਬਹੁਤ ਥੋੜ੍ਹੇ ਸਮੇਂ ਬਾਅਦ ਆ ਕੇ ਉਹ ਦੇਣਗੇ। ਜਿਹੜਾ ਮੀਨਸ ਕਿ ਸਾਰਾ ਕੁਛ ਉਹ ਕਹਿੰਦੇ ਟੱਚਲੈਸ ਹੋ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ। ਨੋ ਇਨ ਫਲਾਈਟ ਮੈਗਜ਼ੀਨ ਨਹੀਂ ਹੋਣਗੇ, ਟੱਚ ਸਕਰੀਨ ਨਹੀਂ ਹੋਣਗੀਆਂ, ਔਰ ਥਰਮਲ ਸਕੈਨਰ ਹੋਣਗੇ ਜਿਹੜੇ ਬਾਰ-ਬਾਰ ਤੁਹਾਡਾ ਟੈਂਪਰੇਚਰ ਲੈ ਰਹੇ ਆ। ਇੱਕ ਹੋਰ ਆਈਡੀਆ ਜਿਹੜਾ ਫਲੋਟ ਕੀਤਾ ਜਾ ਰਿਹਾ ਕੁਝ ਸਮੇਂ ਦੇ ਵਿੱਚੋਂ, ਉਹ ਆ ਇਮਿਊਨਿਟੀ ਪਾਸਪੋਰਟ। ਇੱਕ ਤਾਂ ਸਾਡਾ ਇਹ ਪਾਸਪੋਰਟ ਆ। ਇਮਿਊਨਿਟੀ ਪਾਸਪੋਰਟ ਕੀ ਹੋਊਗਾ ਕਿ ਉਹ ਬੰਦੇ ਜਿਨ੍ਹਾਂ ਨੂੰ, ਇਹ ਅਸੀਂ ਉਦੋਂ ਤੱਕ ਦੀ ਗੱਲ ਕਰ ਰਹੇ ਹਾਂ ਜਦੋਂ ਤੱਕ ਅਜੇ ਵੈਕਸੀਨ ਸਾਡੇ ਕੋਲ ਨਹੀਂ ਆ, ਕਿ ਉਹ ਬੰਦੇ ਜਿਨ੍ਹਾਂ ਨੂੰ
ਜਿਹੜਾ ਕੋਵਿਡ-19 ਹੋ ਗਿਆ ਹੋਣ ਤੋਂ ਬਾਅਦ ਉਹਨਾਂ ਦੇ ਅੰਦਰ ਐਂਟੀਬਾਡੀਜ਼ ਬਣ ਗਈਆਂ, ਕਿਉਂਕਿ ਧਾਰਨਾ ਹੁਣ ਤੱਕ ਵਾਇਰਸ ਬਾਰੇ ਇਹ ਆ ਕਿ ਜਿਹਨੂੰ ਇੱਕ ਵਾਰੀ ਵਾਇਰਸ ਦੀ ਇਨਫੈਕਸ਼ਨ ਹੋ ਜਾਵੇ ਉਹਦੇ ਅੰਦਰ ਐਂਟੀਬਾਡੀਜ਼ ਡਿਵੈਲਪ ਹੋ ਜਾਂਦੀਆਂ ਤੇ ਦੁਬਾਰਾ ਉਹਨੂੰ ਵਾਇਰਸ ਨਹੀਂ ਹੁੰਦਾ। ਇਹਦਾ ਮਤਲਬ ਉਹ ਇਮਿਊਨ ਹੋ ਗਿਆ, ਉਹਨੂੰ ਹੁਣ ਕਰੋਨਾ ਵਾਇਰਸ ਨਹੀਂ। ਜਿਹੜਾ ਇੱਕ ਵਾਰੀ ਕਰੋਨਾ ਵਾਇਰਸ ਹੋਣ ਤੋਂ ਬਾਅਦ ਬਚ ਗਿਆ ਉਹਨੂੰ ਦੁਬਾਰਾ ਕਰੋਨਾ ਵਾਇਰਸ ਕੁਛ ਨਹੀਂ ਕਰਦਾ, ਇੱਦਾਂ ਮੰਨਿਆ ਜਾਂਦਾ ਬਾਕੀ ਵਾਇਰਸਿਸ ਦੇ ਲਈ ਵੀ। ਤੇ ਜਿਹੜੀ ਵੈਕਸੀਨ ਦੀ ਖੋਜ ਕੀਤੀ ਜਾ ਰਹੀ ਹੈ ਉਹ ਵੀ ਅਸਲ ਦੇ ਵਿੱਚ ਕਹਿੰਦੇ ਕੋਈ ਮਰੇ ਹੋਏ ਵਾਇਰਸ ਜਾਂ ਘੱਟ ਤਾਕਤ ਵਾਲੇ ਵਾਇਰਸ ਹੁੰਦੇ ਆ ਜਿਹੜੇ ਤੁਹਾਡੇ ਅੰਦਰ ਭੇਜ ਦਿੱਤੇ ਜਾਂਦੇ, ਜਿਹਦੇ ਨਾਲ ਐਂਟੀਬਾਡੀਜ਼ ਬਣ ਜਾਂਦੀਆਂ। ਸੋ ਇੱਕ ਉਹ ਲੋਕਾਂ ਨੂੰ ਬਿਲਕੁਲ ਵੱਖਰੇ ਕਰ ਦਿੱਤਾ ਜਾਊਗਾ ਔਰ ਉਹਨਾਂ ਨੂੰ ਮੰਨਿਆ ਜਾਊਗਾ ਕਿ ਇਹ ਸੇਫ ਆ। ਤੁਹਾਡੇ ਕੋਲ ਇਮਿਊਨਿਟੀ ਪਾਸਪੋਰਟ ਜਿਹੜਾ ਇੱਕ ਬਹੁਤ ਵੱਡੀ ਚੀਜ਼ ਹੋਊਗੀ, ਜਿਹੜਾ ਇੱਕ ਮਤਲਬ ਜਿਹੜਾ ਇੱਕ ਸਰਟੀਫਾਈ ਕਰਦਾ ਇਸ ਚੀਜ਼ ਨੂੰ ਕਿ ਜਿਹੜਾ ਇਹਦਾ ਹੋਲਡਰ ਆ ਉਹ ਪਹਿਲਾਂ ਹੀ ਉਹਨੂੰ ਇਨਫੈਕਸ਼ਨ ਹੋ ਚੁੱਕੀ ਆ ਇਸ ਚੀਜ਼ ਤੋਂ ਔਰ ਇਹ ਤੋਂ ਓਵਰਕਮ ਹੋ ਚੁੱਕਿਆ। ਸੋ ਜਾਂ ਉਹਦੇ ਅੰਦਰ ਐਂਟੀਬਾਡੀਜ਼ ਜਿਹੜੀਆਂ ਬਣ ਚੁੱਕੀਆਂ, ਉਹਦਾ ਜਿਹੜਾ ਇਮਿਊਨ ਸਿਸਟਮ ਆ ਉਹ ਸਟਰੋਂਗ ਹੋ ਚੁੱਕਿਆ। ਉਹਨਾਂ ਲੋਕਾਂ ਨੂੰ ਹੋ ਸਕਦਾ ਇਕੱਠੇ ਬਿਠਾਇਆ ਜਾਵੇ, ਹੋ ਸਕਦਾ ਉਹਨਾਂ ਦੇ ਵਿੱਚ ਕੋਈ ਖਾਸ ਉਹਨਾਂ ਨੂੰ ਜਿਹੜਾ ਛੋਟ ਦਿੱਤੀ ਜਾਵੇ, ਪਰ ਉਹ ਖਤਰਾ ਤਾਂ ਉਹਨਾਂ ਨੂੰ ਵੀ ਓਨਾ ਹੀ ਆ ਬਾਕੀਆਂ ਕੋਲੋਂ ਹੋਣ ਦਾ, ਪਰ ਉਹ ਇੱਕ ਵੱਡੀ ਚੀਜ਼ ਹੋਊਗੀ ਤੁਹਾਡੀ। ਦੂਜੀ ਦੋਸਤੋ ਜਿਹੜੀ ਗੱਲ ਇਹ ਕਰ ਰਹੇ ਆ ਕਿ ਜਿਹੜੇ ਫੇਸ ਮਾਸਕ ਆ ਉਹ ਤਾਂ ਜ਼ਰੂਰੀ ਹੋਣਗੇ ਹੀ ਸਾਰੇ ਪੈਸੰਜਰ ਲਈ। ਇਸੇ ਤਰ੍ਹਾਂ ਜਿਹੜੀ ਬਹੁਤ ਥੋੜ੍ਹੇ ਪੈਸੰਜਰ ਹੋਣਗੇ, ਰੇਟ ਜਿਹੜੇ ਆ ਫੇਅਰ ਜਿਹੜੇ ਆ ਉਹ ਜ਼ਿਆਦਾ ਹਾਈ ਹੋਣਗੇ। ਸੋ ਦਸੰਬਰ ਦੇ ਵਿੱਚ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ IATA ਨੇ ਇੱਕ ਜਿਹੜਾ ਜਾਰੀ ਕੀਤਾ ਸੀ ਡਾਟਾ ਜਾਰੀ ਕੀਤਾ, ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਘੱਟੋ ਘੱਟ 300 에ਅਰਲਾਈਨ ਵਰਲਡ ਵਾਈਡ ਜਿਹੜਾ ਉਹਨਾਂ ਦਾ ਪ੍ਰੋਫਿਟ ਆ ਪੈਸੰਜਰ ਤੋਂ ਉਹ 18 ਤੋਂ 19 ਦੇ ਵਿੱਚ ਹੀ ਘਟ ਗਿਆ। 3% ਤੋਂ ਜਿਹੜਾ ਉਹ ਹੋਰ ਜਿਹੜਾ ਘਟ ਗਿਆ ਜਿਹੜਾ ਉਹਦੇ ਸੀ। ਸੋ ਹੁਣ ਜਿਹੜਾ ਆ ਉਹ ਇਸ ਵੇਲੇ ਜਦੋਂ ਕਿ 50 ਤੋਂ 60% ਮੁਸਾਫਰ ਇੱਕ ਜਹਾਜ਼ ਦੇ ਵਿੱਚ ਘਟ ਜਾਣਗੇ, ਉਹਦੇ ਨਾਲ ਹੋਰ ਵੀ ਬਹੁਤ ਵੱਡਾ ਘਾਟਾ ਪਊਗਾ। ਔਰ ਉਹਦੇ ਨਾਲ ਹੋਊਗਾ ਕੀ, ਬਹੁਤ ਸਾਰੀਆਂ ਜਿਹੜੀਆਂ 에ਅਰਲਾਈਨ ਸੀਗੀਆਂ ਜਿਹੜੀਆਂ ਨੇੜੇ ਨੇੜੇ ਟਰੈਵਲ ਕਰਦੀਆਂ ਸੀ, ਲੈ ਕੇ ਜਾਂਦੀਆਂ ਸੀ ਔਰ ਬੜੀਆਂ ਸਸਤੀਆਂ ਸੀ। ਤੁਹਾਨੂੰ ਪਤਾ ਹੋਊਗਾ ਸਵੂਪ 에ਅਰਲਾਈਨ, ਫਲੇਅਰ ਜਾਂ ਹੋਰ ਜਿਹੜੀਆਂ ਇੱਦਾਂ ਦੀਆਂ 에ਅਰਲਾਈਨਸ ਨੇ। ਇੱਥੋਂ ਐਬਸਫੋਰਡ ਤੋਂ ਜੇ ਕਿਸੇ ਨੇ ਐਡਮਿੰਟਨ ਜਾਣਾ ਹੋਵੇ ਕਈ ਵਾਰੀ $23 ਦੀ ਟਿਕਟ ਲੱਗੀ ਹੁੰਦੀ ਹੈ। ਇੱਦਾਂ ਹੀ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੁੰਦਾ ਸੀ। ਉਹ ਕਹਿੰਦੇ ਵੀ ਲੱਗਦਾ ਨਹੀਂ ਉਹ ਹੁਣ ਚੱਲ ਸਕਣਗੀਆਂ, ਘਾਟਾ ਹੀ ਇੰਨਾ ਪੈ ਜਾਣਾ ਕਿਉਂਕਿ ਪਹਿਲਾਂ ਹੀ ਉਹ ਮਾਰਜਨ ਦੇ ਉੱਤੇ ਚੱਲ ਰਹੀਆਂ ਸੀ। ਇੱਕ ਜਿਹੜੀ ਇਟਾਲੀਅਨ 에ਅਰਲਾਈਨ ਆ ਉਹਨਾਂ ਨੇ ਕੁਛ ਇੱਦਾਂ ਦਾ ਕਨਸੈਪਟ ਬਣਾਉਣਾ ਸ਼ੁਰੂ ਕੀਤਾ ਕਿ ਹੁਣ ਇਹਦੇ ਬਾਰੇ ਨਹੀਂ ਪਤਾ ਲੱਗ ਰਿਹਾ ਕਿ 3 ਸੀਟਾਂ ਦੇ ਉੱਤੇ ਤੁਸੀਂ ਬੈਠੇ ਹੋ, ਵਿਚਕਾਰਲੀ ਸੀਟ ਦਾ ਕੀ ਕਰਨਾ। ਆ ਜਿਹੜੀ ਤੁਸੀਂ ਤਸਵੀਰ ਮੇਰੇ ਪਿੱਛੇ ਦੇਖ ਰਹੇ ਹੋ, ਇਹਦਾ ਉਹਨਾਂ ਨੇ ਹੱਲ ਇਹ ਦੱਸਿਆ ਵੀ ਇਹਨੂੰ ਉਲਟੀ ਲਾ ਦਿਓ, 2 ਸੀਟਾਂ ਅੱਗੇ ਨੂੰ, ਜਿਹੜੀ ਵਿਚਕਾਰਲੀ ਸੀਟ ਆ ਉਹਨੂੰ ਪਿੱਛੇ ਨੂੰ ਕਰ ਦਿਓ ਤੇ ਉਹਦੇ ਆਲੇ ਦੁਆਲੇ ਜਿਹੜੀ ਉਹ ਪਲੈਕਸ ਜੀ ਆ ਉਹ ਗਲਾਸ ਟਾਈਪ ਜੀ ਲੱਗ ਜਾਊਗੀ ਤਿੰਨਾਂ ਦੇ, ਤੇ ਇਹਦਾ ਇੱਧਰਲੀ ਸੀਟ ਦੇ ਨਾਲ ਕੋਈ ਵੀ ਇੰਟਰੈਕਸ਼ਨ ਨਹੀਂ ਰਹੂਗੀ ਤੇ ਉਹਨੂੰ ਇਨਫੈਕਸ਼ਨ ਹੋਣ ਦਾ ਖਤਰਾ ਬਹੁਤ ਘਟ ਜਾਊਗਾ। ਸੋ ਇਹ ਇੱਕ ਨਵਾਂ ਜਿਹੜਾ ਗੱਲਬਾਤ ਚੱਲ ਰਹੀ ਆ, ਆਈਡੀਆ ਆ ਰਿਹਾ ਕਿ ਜਿਹੜੀ ਵਿਚਕਾਰ ਵਾਲੀ ਸੀਟ ਆ ਉਹਨੂੰ ਉਲਟੇ ਰੁੱਖ ਕਰ ਦਿਓ ਤੁਸੀਂ। ਹੁਣ ਇੱਕ ਪਾਸੇ ਨੂੰ ਬਹਿ ਕੇ ਸਾਰੇ ਟਰੈਵਲ ਕਰਦੇ ਸੀ, ਉਹ ਜ਼ਮਾਨਾ ਚਲੇ ਗਿਆ, ਉਹ ਬੈਕਵਰਡ ਹੋਊਗੀ। ਜਾਂ ਪਲਾਸਟਿਕ ਦੀਆਂ ਜਿਹੜੀਆਂ ਸਕਰੀਨਸ ਆਲੇ ਦੁਆਲੇ ਹੋਣਗੀਆਂ। ਟੋਰਾਂਟੋ ਦੇ ਵਿੱਚ 200 ਫਲਾਈਟਸ ਆਈਆਂ, ਜਿਹੜੀਆਂ 200 ਫਲਾਈਟਸ, ਉਹਨਾਂ ਦੇ ਵਿੱਚ 5000 ਜਿਹੜਾ ਪੈਸੰਜਰ ਸੀ। ਉਹ ਅਪ੍ਰੈਲ ਦੇ ਪਹਿਲੇ ਮਹੀਨੇ ਦੇ ਵਿੱਚ ਇਹ ਹਾਲਤ ਸੀ, 200 ਫਲਾਈਟਸ ਤੇ 5000 ਜਿਹੜਾ ਉਹਨਾਂ ਦੇ ਵਿੱਚ ਮੁਸਾਫਰ ਸੀ। ਜਦੋਂ ਕਿ ਇਹਨੂੰ ਤੁਸੀਂ ਕੰਪੇਅਰ ਕਰੋਗੇ ਪਿਛਲੇ ਸਾਲ ਨਾਲ ਤਾਂ 1200 ਫਲਾਈਟ ਸੀਗੀਆਂ ਤੇ 13 ਲੱਖ ਦੇ ਕਰੀਬ ਜਿਹੜੇ ਇੱਕ ਦਿਨ ਦੇ ਵਿੱਚ ਉੱਥੋਂ ਮੁਸਾਫਰ ਜਾਂਦੇ ਸੀ। 1,30,000, ਮਾਫੀ ਚਾਹੁੰਦਾ ਮੈਂ ਤੁਹਾਨੂੰ ਜਿਹੜੀ ਫਿਗਰ ਗਲਤ ਬੋਲ ਗਿਆ। 1,30,000 ਜਿਹੜੇ ਮੁਸਾਫਰ, 1200 ਫਲਾਈਟਸ। ਤੋਂ ਇੱਕ ਦਿਨ ਦੇ ਵਿੱਚ ਇਹ ਪੈਂਡੈਮਿਕ ਤੋਂ ਪਹਿਲਾਂ ਦੀ ਜਿਹੜੀ ਹਾਲਤ ਸੀਗੀ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਖਾਸ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਟਰੈਵਲ ਹੋਣਾ ਆ ਉਹ ਕਿਸ ਤਰ੍ਹਾਂ ਦਾ ਹੋਣਾ ਆ। ਤੇ ਕਿਉਂਕਿ ਗਿਣਤੀ ਬਹੁਤ ਘਟ ਰਹੀ ਆ, 1200 ਫਲਾਈਟਸ ਦੇ ਵਿੱਚ 1,30,000 ਮੁਸਾਫਰ ਜਾ ਰਿਹਾ ਸੀ ਪਹਿਲਾਂ, ਤੇ ਹੁਣ 200 ਫਲਾਈਟਸ ਦੇ ਵਿੱਚ ਸਿਰਫ 5000 ਬੰਦਾ ਟੋਰਾਂਟੋ ਪੀਅਰਸਨ 에ਅਰਪੋਰਟ ਤੇ ਗਿਆ। ਇਸ ਸਥਿਤੀ ਦੇ ਵਿੱਚ ਇਹੀ ਸਥਿਤੀ ਸਾਰਿਆਂ ਥਾਵਾਂ ਤੇ ਹੋਣੀ ਆ ਔਰ ਇਹ ਇੱਕ ਬਹੁਤ ਇੱਕ ਵਾਰਨਿੰਗ ਸਾਨੂੰ ਕਹੀ ਜਾ ਸਕਦੀ ਆ ਕਿ ਇਹ ਟਰੈਵਲ ਮਹਿੰਗਾ ਵੀ ਹੋਣਾ, ਇਹਦਾ ਵੱਖਰਾ ਵੀ ਹੋਣਾ, ਪਹਿਲਾਂ ਵਰਗਾ ਕੁਝ ਵੀ ਨਹੀਂ ਹੋਣਾ। ਲੋਕਾਂ ਨੇ ਹੁਣ ਬਹੁਤ ਕੁਝ ਕੈਂਸਲ ਕਰ ਦੇਣਾ, ਬਹੁਤ ਕੁਝ ਉਹਨਾਂ ਨੇ ਅਵੋਇਡ ਕਰਨਾ। ਜਿਹੜਾ ਪਹਿਲਾਂ ਇੱਕ ਆਮ ਗੱਲ ਸੀ ਟਰੈਵਲ ਕਰਨਾ ਜਹਾਜ਼ ਦੇ ਵਿੱਚ, ਉਹਨੂੰ ਅਵੋਇਡ ਕਰਨਗੇ, ਘੱਟ ਇੱਧਰ ਉੱਧਰ ਜਾਣਗੇ ਜਦੋਂ ਤੱਕ ਵੈਕਸੀਨ ਨਹੀਂ ਆਉਂਦੀ। ਜੇ ਵੈਕਸੀਨ ਆ ਜਾਂਦੀ ਆ ਉਹਦੇ ਤੋਂ ਬਾਅਦ ਸਥਿਤੀ ਜਿਹੜੀ ਆ ਉਹ ਵੱਖਰੀ ਹੋਏਗੀ। ਦੋਸਤੋ, ਪੂਰੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਇਸ ਵੇਲੇ ਤੁਹਾਨੂੰ ਪਤਾ ਕਿ 4 ਮਿਲੀਅਨ ਤੋਂ ਜ਼ਿਆਦਾ ਟੱਪ ਚੁੱਕਿਆ।
ਔਰ 2,86,000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ। ਬਹੁਤ ਸਾਰੇ ਲੋਕ ਰਿਕਵਰ ਵੀ ਹੋ ਚੁੱਕੇ ਆ। USA ਦੇ ਵਿੱਚ ਜਿਹੜੀ ਹਾਲਤ ਆ ਥੋੜ੍ਹੀ ਜਿਹੀ ਕਾਬੂ ਦੇ ਵਿੱਚ ਆ ਰਹੀ ਹੈ। ਇਸ ਦਾ ਯਾਦਵਿੰਦਰ ਸਿੰਘ ਹੋਣਾ ਦੇ ਨਾਲ ਅਸੀਂ ਗੱਲਬਾਤ ਕਰਨੀ ਆ। ਸਪੇਨ ਦੇ ਵਿੱਚ 2,68,000 ਇਸ ਵੇਲੇ ਜਿਹੜੇ ਮਰੀਜ਼ ਨੇ। UK ਦੇ ਵਿੱਚ 2,23,000 ਨੇ। ਰਸ਼ੀਆ ਦੇ ਵਿੱਚ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਟਲੀ ਦੇ ਵਿੱਚ ਕਾਫੀ ਕਾਬੂ ਦੇ ਵਿੱਚ ਆਈ ਹੈ। ਹੁਣ ਅਗਲੀ ਖਬਰ ਦੋਸਤੋ ਕੈਨੇਡਾ ਦੀ। ਅਸੀਂ ਜੇਕਰ ਪੂਰੀ ਸਿਚੁਏਸ਼ਨ ਨੂੰ ਦੇਖਦੇ ਹਾਂ, ਕੈਨੇਡਾ ਦੇ ਵਿੱਚ ਜਿਹੜਾ ਪੂਰੇ ਸਾਡੇ ਸਾਰੇ ਪ੍ਰੋਵਿੰਸਸ ਨੇ ਉਹਨਾਂ ਦੇ ਵਿੱਚ ਵੀ ਅਪਡੇਟ ਤੁਹਾਨੂੰ ਦੇਣਾ ਚਾਹੁੰਦੇ ਹਾਂ ਕਿ ਉਹਦੀ ਕੀ ਅਪਡੇਟ ਆ, ਉੱਥੇ ਕੀ ਸਿਚੁਏਸ਼ਨ ਆ। ਨਿਊਫਾਊਂਡਲੈਂਡ ਐਂਡ ਲੈਬਰਾਡੋਰ ਦੇ ਵਿੱਚ ਦੋਸਤੋ 261 ਜਿਹੜੇ ਤੁਸੀਂ ਦੇਖ ਰਹੇ ਹੋ ਪਿੱਛੇ ਮੈਪ, 261 ਇਸ ਵੇਲੇ ਉੱਥੇ ਟੋਟਲ ਇਨਫੈਕਸ਼ਨ ਸੀਗੀਆਂ। ਇਸ ਵੇਲੇ ਸਿਰਫ 14 ਐਕਟਿਵ ਨੇ, 244 ਰਿਕਵਰ ਕਰ ਗਏ ਨੇ, 3 ਮੌਤਾਂ ਹੋਈਆਂ। ਕੁਬੈਕ ਦੇ ਵਿੱਚ ਹਾਲਤ ਮਾੜੀ ਆ, 38,469 ਉੱਥੇ ਟੋਟਲ ਕੇਸਿਸ ਨੇ, ਜਿਨ੍ਹਾਂ ਦੇ ਵਿੱਚੋਂ 25,753 ਐਕਟਿਵ ਨੇ, 9700 ਦੇ ਕਰੀਬ ਰਿਕਵਰ ਹੋ ਚੁੱਕੇ ਨੇ ਔਰ 3000 ਦੇ ਕਰੀਬ ਉੱਥੇ ਮੌਤ ਹੋਈ ਆ। ਅੰਟੈਰੀਓ ਉਹਦੇ ਨਾਲ ਲੱਗਦਾ ਸੂਬਾ ਤੁਸੀਂ ਦੇਖ ਸਕਦੇ ਹੋ। ਉਹਦੇ ਇਹ ਗ੍ਰਾਫ ਤੁਹਾਨੂੰ ਬਹੁਤ ਕੁਝ ਦੱਸਦੇ ਨੇ ਕਿ ਕਿਸ ਤਰ੍ਹਾਂ ਪੀਕ ਉੱਪਰ ਨੂੰ ਗਈ ਔਰ ਕਿਸ ਤਰ੍ਹਾਂ ਥੱਲੇ ਨੂੰ ਆ ਰਹੀ ਹੈ। ਅੰਟੈਰੀਓ ਦੇ ਵਿੱਚ 20,546 ਟੋਟਲ ਕੇਸ ਨੇ, 3746 ਸਿਰਫ ਰਿਕਵਰ ਨੇ। ਸੋ ਇਹ ਗੱਲ ਬਹੁਤ ਮਹੱਤਵਪੂਰਨ ਆ ਕਿ 20,000 ਦੇ ਵਿੱਚੋਂ ਇਸ ਵੇਲੇ ਸਿਰਫ 37,000 ਜਿਹੜੇ ਐਕਟਿਵ ਨੇ ਤੇ ਜਿਹੜੇ ਰਿਕਵਰ ਹੋ ਚੁੱਕੇ ਨੇ ਉਹ 15,133 ਰਿਕਵਰ ਹੋ ਗਿਆ, ਠੀਕ ਹੋ ਗਏ ਤੇ 1,669 ਉੱਥੇ ਮੌਤਾਂ ਵੀ ਹੋਈਆਂ। ਇਹ ਵੀ ਬਹੁਤ ਵੱਡਾ ਅੰਕੜਾ। ਮੈਨੀਟੋਬਾ ਦੇ ਵਿੱਚ ਸਿਰਫ 299 ਲੋਕਾਂ ਨੂੰ ਇਹ ਇਨਫੈਕਸ਼ਨ ਹੋਈ, 35 ਸਿਰਫ ਉੱਥੇ 200 ਇਸ ਵੇਲੇ ਕੇਸ ਨੇ ਪੂਰੇ ਮੈਨੀਟੋਬਾ ਦੇ ਵਿੱਚ, ਜਿੱਥੇ ਵਿਨੀਪੈਗ ਵਾਲਾ ਪਾਸਾ ਜਿਹੜਾ ਅਸੀਂ ਕਹਿੰਦੇ ਆ। ਰਿਕਵਰ ਕੀਤੇ ਨੇ 247, 7 ਮੌਤਾਂ ਹੋਈਆਂ। ਸਸਕਾਚਵਨ ਦੇ ਵਿੱਚ ਦੋਸਤੋ 568 ਕੇਸ ਟੋਟਲ ਸੀ, ਜਿਨ੍ਹਾਂ ਦੇ ਵਿੱਚੋਂ 199 ਐਕਟਿਵ ਨੇ, ਰਿਕਵਰ ਹੋਏ ਨੇ 363, 6 ਮੌਤਾਂ ਹੋਈਆਂ। ਅਲਬਰਟਾ ਦੇ ਵਿੱਚ ਰਿਕਵਰ ਬਹੁਤ ਤੇਜ਼ੀ ਨਾਲ ਹੋਏ ਨੇ, ਉੱਥੇ ਕੇਸਿਸ ਵੀ ਬਹੁਤ ਤੇਜ਼ੀ ਨਾਲ ਵਧੇ ਸੀ ਔਰ ਕਮਾਲ ਦੀ ਗੱਲ ਆ ਕਿ ਉੱਥੇ ਰਿਕਵਰੀ ਬਹੁਤ ਤੇਜ਼ੀ ਨਾਲ ਹੋਈ ਆ। 6300 ਟੋਟਲ ਉੱਥੇ ਜਿਹੜੇ ਕੇਸਿਸ ਨੇ ਉਹਨਾਂ ਦੇ ਵਿੱਚੋਂ ਇਸ ਵੇਲੇ ਸਿਰਫ 1524 ਐਕਟਿਵ ਨੇ ਔਰ 4659 ਕੇਸ ਜਿਹੜੇ ਆ ਰਿਕਵਰ ਹੋਏ ਆ। ਇਹ ਡਾਟਾ ਕਿੰਨਾ ਘੱਟ ਸੀ ਜਦੋਂ ਥੋੜ੍ਹੇ ਦਿਨ ਪਹਿਲਾਂ ਅਸੀਂ ਅਲਬਰਟਾ ਬਾਰੇ ਗੱਲਬਾਤ ਕਰ ਰਹੇ ਸੀ। 117 ਮੌਤਾਂ ਹੋਈਆਂ ਨੇ। BC ਦੇ ਵਿੱਚ 2353 ਕੇਸਿਸ ਸੀ, ਜਿਨ੍ਹਾਂ ਦੇ ਵਿੱਚੋਂ 504 ਇਸ ਵੇਲੇ ਪੂਰੇ BC ਦੇ ਵਿੱਚ ਐਕਟਿਵ ਨੇ, 1719 ਰਿਕਵਰ ਹੋਏ ਨੇ ਤੇ 130 ਮੌਤਾਂ ਇੱਥੇ ਹੋਈਆਂ। ਇਹ ਤੋਂ ਬਾਅਦ ਦੋਸਤੋ ਜਿਹੜੀ ਇੰਡੀਆ ਬਾਰੇ ਤੁਹਾਡੇ ਨਾਲ ਗੱਲ ਕਰਨੀ ਵੀ ਜ਼ਰੂਰੀ ਸਮਝਦੇ ਹਾਂ ਕਿ ਭਾਰਤ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਮੈਪ ਤੁਸੀਂ ਦੇਖ ਰਹੇ ਹੋ, ਇਹਦੇ ਵਿੱਚ ਜਿਹੜਾ ਬਿਲਕੁਲ ਰੈੱਡ ਪਾਰਟ ਆ ਉਹ ਮਹਾਰਾਸ਼ਟਰ ਆ, ਗੂੜਾ ਲਾਲ ਮਹਾਰਾਸ਼ਟਰ, ਜਿਹਦੇ ਵਿੱਚ ਮੁੰਬਈ ਪੈਂਦੀ ਆ। ਮੁੰਬਈ ਸਭ ਤੋਂ ਵੱਧ ਇਨਫੈਕਟਡ ਆ ਇੱਥੇ ਇੰਡੀਆ ਦੇ ਵਿੱਚ। 70,000 ਦੇ ਕਰੀਬ ਟੋਟਲ ਇੰਡੀਆ ਦੇ ਵਿੱਚ ਕੇਸਿਸ ਨੇ, ਜਿਨ੍ਹਾਂ ਵਿੱਚੋਂ 23,000 ਸਿਰਫ ਆ ਜਿਹੜਾ ਲਾਲ ਹਿੱਸਾ ਤੁਹਾਨੂੰ ਦਿਸ ਰਿਹਾ ਮੁੰਬਈ ਉਹਦੇ ਮਹਾਰਾਸ਼ਟਰ ਦੇ ਵਿੱਚ ਨੇ, ਤੇ ਮਹਾਰਾਸ਼ਟਰ ਦੇ ਵਿੱਚ ਅੱਗੇ ਮੁੰਬਈ ਦੇ ਵਿੱਚ ਨੇ। ਉੱਥੇ 23,000 ਦੇ ਵਿੱਚੋਂ 17,000 ਐਕਟਿਵ ਨੇ, 4700 ਰਿਕਵਰ ਹੋਇਆ ਤੇ 868 ਉੱਥੇ ਮੌਤਾਂ ਹੋ ਗਈਆਂ। ਦੂਜਾ ਇਹਦੇ ਉੱਪਰਲੇ ਪਾਸੇ ਥੋੜ੍ਹਾ ਜਿਹਾ ਘੱਟ ਗੂੜਾ ਤੁਸੀਂ ਦੇਖ ਰਹੇ ਹੋ, ਇਹ ਗੁਜਰਾਤ ਆ। ਗੁਜਰਾਤ ਦੇ ਵਿੱਚ 8500 ਦੇ ਕਰੀਬ ਜਿਹੜੇ ਕੇਸਿਸ ਨੇ ਔਰ ਤਾਮਿਲਨਾਡੂ ਬਿਲਕੁਲ ਥੱਲੇ ਆ, ਬਿਲਕੁਲ ਪੂਛ ਦੀ ਜਿਹੜੀ ਇੰਡੀਆ ਦੀ ਤਾਮਿਲਨਾਡੂ, ਜਿਹੜਾ ਚੇਨਈ ਜਿਹਨੂੰ ਕਹਿੰਦੇ ਅਸੀਂ, ਜਿੱਥੇ ਚੇਨਈ ਜਿਹਦੀ ਰਾਜਧਾਨੀ ਆ, ਉੱਥੇ ਵੀ 8,000 ਦੇ ਕਰੀਬ ਕੇਸਿਸ ਨੇ। ਦਿੱਲੀ ਬਿਲਕੁਲ ਪੰਜਾਬ ਦੇ ਉੱਤੇ ਬਿਲਕੁਲ ਫਿੱਕਾ ਜਿਹਾ ਤੁਹਾਨੂੰ ਨਜ਼ਰ ਆ ਰਿਹਾ, 7200 ਕੇਸਿਸ ਨੇ ਔਰ ਪੰਜਾਬ ਦੇ ਵਿੱਚ 1877 ਕੇਸਿਸ ਨੇ। ਪੰਜਾਬ ਤੁਸੀਂ ਦੇਖ ਸਕਦੇ ਹੋ, ਪੰਜਾਬ ਦਾ ਨਕਸ਼ਾ ਆ ਔਰ ਜਿਹੜਾ ਗੂੜਾ ਏਰੀਆ ਤੁਹਾਨੂੰ ਦਿਸ ਰਿਹਾ ਇਹ ਅੰਮ੍ਰਿਤਸਰ ਬਿਲਕੁਲ ਉੱਪਰ ਬਾਰਡਰ ਨਾਲ ਲੱਗਦਾ ਜ਼ਿਲ੍ਹਾ। 297 ਇੱਥੇ ਨੇ ਐਕਟਿਵ, ਇਸ ਵੇਲੇ 286 ਨੇ, 8 ਰਿਕਵਰ ਹੋਏ ਨੇ, 3 ਮੌਤਾਂ ਹੋਈਆਂ। ਦੂਜਾ ਦੋਸਤੋ ਜਲੰਧਰ ਦੇ ਵਿੱਚ ਬੁਰੀ ਹਾਲਤ ਆ, 188 ਟੋਟਲ ਕੇਸ ਜਲੰਧਰ ਵਿੱਚ ਨੇ, 165 ਉੱਥੇ ਐਕਟਿਵ ਨੇ, 18 ਰਿਕਵਰ ਹੋਏ ਨੇ, 5 ਮੌਤਾਂ ਜਲੰਧਰ ਦੇ ਵਿੱਚ ਹੋਈਆਂ। ਅੰਮ੍ਰਿਤਸਰ ਦੇ ਨਾਲ ਹੀ ਥੋੜ੍ਹਾ ਜਿਹਾ ਘੱਟ ਫਿੱਕਾ ਦੇਖ ਸਕਦੇ ਹੋ ਤੁਸੀਂ ਤਰਨਤਾਰਨ, 158 ਕੇਸਿਸ ਨੇ ਉੱਥੇ, 158 ਦੇ 58 ਹੀ ਐਕਟਿਵ ਨੇ, ਰਿਕਵਰ ਹਜੇ ਤੱਕ ਕੋਈ ਨਹੀਂ ਹੋਇਆ ਕਿਉਂਕਿ ਉੱਥੇ ਬਹੁਤ ਲੇਟ ਸ਼ੁਰੂ ਹੋਇਆ ਔਰ ਮੌਤ ਵੀ ਉੱਥੇ ਕੋਈ ਨਹੀਂ ਹੋਈ। ਲੁਧਿਆਣਾ ਸਭ ਤੋਂ ਖਤਰੇ ਦੇ ਵਿੱਚ ਆ, ਬਿਲਕੁਲ ਨਾਲ ਹੀ ਥੱਲੇ ਦੇਖ ਰਹੇ ਹੋ ਤੁਸੀਂ, 127 ਉੱਥੇ ਜਿਹੜੇ ਪੇਸ਼ੈਂਟ ਨੇ, 113 ਐਕਟਿਵ ਨੇ ਤੇ 8 ਰਿਕਵਰ ਹੋਏ ਨੇ, 6 ਦੋਸਤੋ ਉੱਥੇ ਮੌਤਾਂ ਹੋਈਆਂ ਨੇ। ਇਸੇ ਤਰ੍ਹਾਂ ਗੁਰਦਾਸਪੁਰ ਪਹਿਲਾਂ ਬਹੁਤ ਠੀਕ ਠਾਕ ਸੀ ਇੱਥੇ ਹਾਲਤ, 121 ਕੇਸਿਸ ਨੇ, 120 ਐਕਟਿਵ ਨੇ, 1 ਮੌਤ ਹੋਈ ਆ। ਜਿਹੜਾ ਸ਼ਹੀਦ ਭਗਤ ਸਿੰਘ ਨਗਰ, ਜਿੱਥੇ ਕਿ ਉਹ ਇੱਕ ਸਭ ਤੋਂ ਪਹਿਲਾ ਕੇਸ NRI ਦਾ ਆਇਆ ਸੀ, ਬਹੁਤ ਉਹਦੇ ਬਾਰੇ ਬਾਦ ਵਿਵਾਦ ਹੋਇਆ ਸੀ, ਉੱਥੇ ਕੇਸ ਬਹੁਤ ਚਿਰ ਰੁਕੇ ਰਹੇ, ਉਹ ਤੋਂ ਬਾਅਦ ਦੁਬਾਰਾ ਸ਼ੁਰੂ ਹੋਏ
ਔਰ ਇੱਥੇ ਵੀ 104 ਜਿਹੜਾ ਸ਼ਹੀਦ ਭਗਤ ਸਿੰਘ ਨਗਰ ਜਿਹਨੂੰ ਨਵਾਂ ਸ਼ਹਿਰ ਕਹਿੰਦੇ ਸੀ ਪਹਿਲਾਂ, 104 ਕੇਸ ਨੇ, 85 ਐਕਟਿਵ ਨੇ, ਉਹਨਾਂ ਦੇ ਵਿੱਚੋਂ 18 ਰਿਕਵਰ ਹੋਏ ਨੇ, ਇੱਕ ਮੌਤ ਹੋਈ ਆ। ਇਸੇ ਤਰ੍ਹਾਂ ਹੀ ਸਭ ਤੋਂ ਵੱਧ ਇੱਕ ਖਤਰਾ ਜਿਹੜਾ ਸੀਗਾ ਮੋਹਾਲੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਉੱਥੇ 102 ਕੇਸਿਸ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ 'ਚ, 45 ਐਕਟਿਵ ਨੇ ਔਰ ਰਿਕਵਰ ਬਹੁਤ ਹੋਏ ਨੇ, ਉੱਥੇ 54 ਕੇਸ ਰਿਕਵਰ ਹੋਏ ਨੇ, 3 ਮੌਤਾਂ ਹੋਈਆਂ। ਇਸੇ ਤਰ੍ਹਾਂ ਬਾਕੀ ਸ਼ਹਿਰਾਂ ਦੇ ਵਿੱਚ ਪਟਿਆਲੇ 98 ਕੇਸਿਸ ਨੇ, ਹੁਸ਼ਿਆਰਪੁਰ ਦੇ ਵਿੱਚ 91 ਕੇਸਿਸ ਨੇ। ਇਹ ਸਾਰੇ ਕੁਝ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਹਰ ਇੱਕ ਚੀਜ਼ ਨੂੰ ਇਸ ਚੀਜ਼ ਨੇ ਪ੍ਰਭਾਵਿਤ ਕੀਤਾ। ਪਹਿਲੀ ਗੱਲ ਜਿਹੜੀ ਵੱਡੇ ਦੇਸ਼ ਸੀ, ਅਮਰੀਕਾ ਸੀ ਜਾਂ ਸਰਦੇ ਪੁੱਜਦੇ ਦੇਸ਼ ਸੀ, ਉਹਨਾਂ ਦਾ ਸਰ ਗਿਆ। ਇਕੋਨਮੀ ਉੱਥੇ ਦੀ ਵੀ ਹਿੱਟ ਹੋਈ ਆ, ਬੁਰੀ ਹਾਲਤ ਹੋਈ ਆ, ਪਰ ਘੱਟੋ ਘੱਟ ਉਨੀ ਮਾੜੀ ਹਾਲਤ ਨਹੀਂ ਹੋਈ। ਭਾਰਤ ਵਰਗੇ ਦੇਸ਼ ਜਿਹੜੀਆਂ ਡਿਵੈਲਪਿੰਗ ਕੰਟਰੀ ਸੀ, ਉਹਨਾਂ ਨੂੰ ਦੋਹਰੀ ਮਾਰ ਪਈ ਆ। ਔਰ ਉਹਦੇ ਵਿੱਚੋਂ ਵੀ ਜਿਹੜਾ ਤਾਂ ਕੋਈ ਪੰਜਾਬ ਦੇ ਕਿਸੇ ਪਿੰਡ ਵਿੱਚ ਰਹਿੰਦਾ, ਉਹਨੂੰ ਤਾਂ ਉਨੀ ਤੰਗੀ ਨਹੀਂ ਆਊਗੀ, ਘੱਟੋ ਘੱਟ ਰੋਟੀ ਮਿਲਦੀ ਰਹੂਗੀ। ਪਰ ਜਿਹੜੇ ਮਜ਼ਦੂਰ ਨੇ ਔਰ ਜਿਹੜੇ ਦੂਜੇ ਰਾਜਾਂ ਤੋਂ ਆਏ ਨੇ, ਉਹਨਾਂ ਦਾ ਇੱਧਰ ਉੱਧਰ ਜਾਣਾ ਬਹੁਤ ਮੁਸ਼ਕਲ ਹੋਇਆ ਪਿਆ। ਟ੍ਰੇਨਸ ਚੱਲੀਆਂ ਨੇ, ਉੱਥੇ ਰਾਜਧਾਨੀ ਟ੍ਰੇਨ ਚਲਾਈਆਂ ਗਈਆਂ ਨੇ, ਔਰ ਇੰਨਾ ਹੜ੍ਹ ਮਜ਼ਦੂਰਾਂ ਦਾ ਆਇਆ। 18 ਲੱਖ ਮਜ਼ਦੂਰ ਪੰਜਾਬ ਦੇ ਵਿੱਚ ਆ ਦੋਸਤੋ, ਔਰ 18 ਲੱਖ ਦੇ ਵਿੱਚੋਂ ਜਿਹੜੇ ਯੂਪੀ ਬਿਹਾਰ ਤੋਂ ਮਿਹਨਤ ਮਜ਼ਦੂਰੀ ਕਰਨ ਇੱਧਰ ਪੰਜਾਬ ਦੇ ਵਿੱਚ ਆਉਂਦੇ ਨੇ, ਉਹ 18 ਲੱਖ ਦੇ ਵਿੱਚੋਂ 12 ਲੱਖ ਸਿੱਧੇ ਦਾ ਸਿੱਧਾ ਇੰਡਸਟਰੀ ਨਾਲ ਜੁੜਿਆ ਆ, ਜਿਹੜਾ ਇੰਡਸਟਰੀ ਦੇ ਵਿੱਚ ਕੰਮ ਕਰਦਾ, ਖੇਤਾਂ ਵਾਲੇ ਨਹੀਂ ਇਹਨਾਂ ਦੇ ਵਿੱਚ ਆਉਂਦੇ। ਔਰ 4.5 ਲੱਖ ਜਿਹੜਾ ਹੈਗਾ, 4,30,000 ਖੇਤੀਬਾੜੀ ਨਾਲ ਜੁੜੇ ਨੇ। ਸੋ ਉਹ ਗਿਣਤੀ ਉਨੀ ਜ਼ਿਆਦਾ ਨਹੀਂ, 12 ਲੱਖ। ਔਰ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਗਿਣਤੀ ਜਿਹੜੀ ਲੁਧਿਆਣੇ ਦੇ ਵਿੱਚ ਆ, ਲੁਧਿਆਣੇ ਦੇ ਵਿੱਚ। ਔਰ ਸਮੱਸਿਆ ਕੀ ਆ, ਜਿਹਨੂੰ ਸੱਚੀ ਮੁੱਚੀ ਕਹਿੰਦੇ, ਉਹ ਕਹਿੰਦੇ ਖਾਣ ਲਈ ਰੋਟੀ ਹੈ ਨਹੀਂ। ਜਿਹੜਾ ਕੋਈ ਚਲੋ ਪਿੰਡ ਦੇ ਵਿੱਚ ਕਿਤੇ ਰਹਿੰਦਾ ਹੋਊਗਾ, ਉਹਨੂੰ ਰੋਟੀ ਤਾਂ ਘੱਟੋ ਘੱਟ ਮਿਲ ਜੂਗੀ। ਉੱਥੇ ਇੰਨਾ ਤੇ ਜਿਹੜਾ ਪੰਜਾਬ ਗਿਆ ਗੁਜ਼ਰਿਆ ਨਹੀਂ ਉੱਥੇ, ਇਸ ਗੱਲੋਂ ਨਹੀਂ। ਪਰ ਸ਼ਹਿਰਾਂ ਦੇ ਵਿੱਚ ਮੁਸ਼ਕਲ ਬਹੁਤ ਹੋਈ ਆ ਪਹੁੰਚਾਉਣੀ। ਲੋਕ ਸ਼ਾਇਦ ਉੱਥੇ ਵੀ ਪਹੁੰਚਾ ਦੇਣ, ਇੰਨਾ ਕੁ ਜਿਹੜਾ ਇਹ ਹਾਲਤ ਹੈਗੀ ਆ, ਪਰ ਬਹੁਤ ਮੁਸ਼ਕਲ ਹੋਇਆ ਪਿਆ। ਉਹ ਘਰ ਜਾਣਾ ਚਾਹੁੰਦੇ ਆ, ਜਿੱਥੇ ਉਹ ਕਿਰਾਏ 'ਤੇ ਰਹਿੰਦੇ ਆ, ਜਿਨ੍ਹਾਂ ਦੇ ਕੋਲ ਉਹ ਕਹਿੰਦੇ ਸਾਨੂੰ ਕਿਰਾਇਆ ਦਿਓ। ਕਿਰਾਇਆ ਤਾਂ ਕੀ, ਉਹ ਕਹਿੰਦੇ ਸਾਡੇ ਕੋਲ ਰੋਟੀ ਖਾਣ ਲਈ ਪੈਸੇ ਨਹੀਂ, ਕਿਰਾਇਆ ਤੁਹਾਨੂੰ ਕਿੱਥੋਂ ਦੇ ਦਈਏ। ਸਰਕਾਰ ਨੇ ਟ੍ਰੇਨਾਂ ਚਲਾ ਦਿੱਤੀਆਂ, ਪਰ ਉਹ ਟ੍ਰੇਨ ਸਟੇਸ਼ਨ ਤੱਕ ਕਿੱਦਾਂ ਪਹੁੰਚਣਾ ਤੇ ਉਹ ਸਟੇਸ਼ਨ ਗਾਂਹ ਕਿੱਥੇ ਤੱਕ ਜਾਣਾ, ਉਹ ਸੱਚਮੁੱਚ ਹਾਲਤ ਬਹੁਤ ਤਰਸਯੋਗ ਆ। ਤੁਸੀਂ ਛੋਟੇ ਛੋਟੇ ਬੱਚੇ ਦੇਖ ਨਹੀਂ ਸਕਦੇ ਕਿਸ ਤਰ੍ਹਾਂ ਉਹ ਤੁਰ ਰਹੇ ਨੇ, ਪਰ ਮਜਬੂਰੀ ਆ। ਗਰੀਬ ਬੰਦੇ ਦੇ ਉੱਤੇ ਸਭ ਤੋਂ ਵੱਧ ਕੋਈ ਵੀ ਜਿਹੜੀ ਇਹ ਚਾਹੇ ਉਹ ਕਿਸੇ ਤਰ੍ਹਾਂ ਦੀ ਵੀ ਆਫਤ ਆ, ਉਹਦੇ 'ਤੇ ਸਭ ਤੋਂ ਵੱਧ ਅਸਰ ਪੈਂਦਾ। ਮਰਦਾ ਹਮੇਸ਼ਾ ਉਹੀ ਆ। 12 ਲੱਖ ਇੰਡਸਟਰੀ ਦਾ ਮਜ਼ਦੂਰ ਦੋਸਤੋ, 4,30,000 ਜਿਹੜੇ ਖੇਤੀਬਾੜੀ ਨਾਲ ਜੁੜੇ ਆ, 1,70,000 ਹੋਰ ਬਾਕੀ ਖੇਤਰਾਂ ਦੇ ਵਿੱਚ ਆ, ਔਰ ਉਹ ਪੱਕੇ ਜਾ ਰਹੇ ਆ। ਉਹ ਕਹਿੰਦੇ ਅਸੀਂ ਇੱਥੇ ਸਾਡੇ ਕੋਲ ਜਿਹੜਾ ਸਾਧਨ ਹੀ ਕੋਈ ਨਹੀਂ। ਟ੍ਰੇਨਾਂ ਤੋਂ ਵਾਪਸੀ ਹੋ ਰਹੀ ਆ, ਜਲੰਧਰ ਤੋਂ 20,000 ਜਿਹੜਾ ਮਜ਼ਦੂਰ ਸੀ, ਲੁਧਿਆਣੇ ਤੋਂ 15,000, ਬਠਿੰਡੇ ਤੋਂ 25,000, ਅੰਮ੍ਰਿਤਸਰ ਤੋਂ ਜਿਹੜਾ 4,000, ਬਠਿੰਡੇ ਤੋਂ 2,500, ਇਹ ਸਾਰੇ ਦੇ ਸਾਰੇ ਵਾਪਸ ਜਾ ਰਹੇ ਆ। ਔਰ ਵਜ੍ਹਾ ਕੀ ਆ, ਉਹ ਕਹਿੰਦੇ ਅਗਲੇ 3 ਮਹੀਨੇ ਤੱਕ ਸਾਨੂੰ ਲੱਗਦਾ ਵੀ ਸਾਨੂੰ ਕੰਮ ਨਹੀਂ ਮਿਲਣਾ। ਔਰ ਇਹ ਵੀ ਵੱਡੀ ਗੱਲ ਆ ਕਿ ਜੇ ਇੱਥੋਂ ਇਹ ਚਲੇ ਗਏ, ਪੰਜਾਬ ਦੇ ਵਿੱਚ ਲੇਬਰ ਕੰਮਕਾਰ ਵਾਲੇ ਕੀ ਕਰਨਗੇ, ਕਿਹੜੀ ਸਥਿਤੀ ਜਿਹੜੀ ਸਾਹਮਣੇ ਆਊਗੀ। ਇਹ ਇਸ ਵੇਲੇ ਪੰਜਾਬ ਦਾ ਸਭ ਤੋਂ ਵੱਡਾ ਸੰਕਟ ਹੈਗਾ। ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਕਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਪਿੰਡ ਬਚੇ ਰਹਿਣ, ਪਿੰਡਾਂ ਤੱਕ ਇਹ ਪਹੁੰਚੇ ਨਾ, ਕਿਉਂਕਿ ਪਿੰਡ ਫਿਰ ਵੀ ਇੱਕ ਆਈਸੋਲੇਟਡ ਯੂਨਿਟ ਹੈਗਾ, ਉਹ ਇਕਾਈ ਹੈਗੀ ਆ। ਜੇ ਇੱਕ ਪਿੰਡ ਦੇ ਵਿੱਚ ਨਹੀਂ ਆ ਤਾਂ ਸਾਰੇ ਪਿੰਡ ਦੇ ਵਿੱਚ ਹੀ ਨਹੀਂ ਆ, ਫਿਰ ਉਹ ਆਪਸ ਦੇ ਵਿੱਚ ਭਾਵੇਂ ਮਿਲੀ ਗਲੀ ਵੀ ਜਾਣ, ਕੋਈ ਫਰਕ ਨਹੀਂ ਪੈਂਦਾ। ਪਰ ਸਭ ਤੋਂ ਵੱਧ ਖਤਰਾ ਕਿ ਭਾਰਤ ਜਨਸੰਖਿਆ ਵਿੱਚ ਵੱਡੀ ਗਿਣਤੀ ਹੋਣ ਦੇ ਨਾਲ ਨਾਲ ਬਹੁਤ ਉੱਪਰ ਵੱਲ ਨੂੰ ਇਹਦਾ ਨੰਬਰ ਆ ਰਿਹਾ, ਜਿਹੜਾ ਕਿ ਜਿਹੜੇ ਸਾਡੇ ਵਰਗੇ ਲੋਕ ਨੇ ਉੱਥੋਂ ਜਨਮ ਲੈ ਕੇ ਇੱਥੇ ਆਏ ਹੋ ਤੁਸੀਂ ਬਹੁਤ ਸਾਰੇ, ਕਿਤੇ ਨਾ ਕਿਤੇ ਉਸ ਥਾਂ ਦੀ ਜਿਹੜੀ ਚਿੰਤਾ ਆ ਉਹ ਪਈ ਰਹਿੰਦੀ ਹੈ। ਸੋ ਦੋਸਤੋ, ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਗੱਲਬਾਤ ਕਰਨੀ ਆ ਸਰਦਾਰ ਯਾਦਵਿੰਦਰ ਸਿੰਘ ਹੋਣਾ ਦੇ ਨਾਲ, ਨਿਊਯਾਰਕ ਤੋਂ। ਉਹ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਉਹਨਾਂ ਤੋਂ USA ਨਿਊਯਾਰਕ ਬਾਰੇ ਜਿਹੜੀ ਆ ਅਪਡੇਟ ਲੈਂਦੇ ਆ ਕਿ ਕੀ ਇਸ ਵੇਲੇ ਸਥਿਤੀ ਹੈ। ਸਰਦਾਰ ਯਾਦਵਿੰਦਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ, ਜੀ ਆਇਆਂ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡੇ ਸਰੋਤਿਆਂ ਨੂੰ। ਜਸਕਰਨ ਜੀ, ਤੁਹਾਨੂੰ ਮੇਰੇ ਖਿਆਲ 'ਚ ਤੁਸੀਂ ਬਹੁਤ ਡਿਟੇਲ ਦੇ ਵਿੱਚ ਸਾਰੇ ਦੁਨੀਆ ਦੀ ਸਥਿਤੀ ਦੱਸੀ ਆ, ਔਰ ਇਹਦੇ ਵਿੱਚੋਂ ਬਹੁਤ ਸਾਰੇ ਜਿਹੜੀਆਂ ਗੱਲਾਂ ਨੇ ਉਹ ਯੂਨੀਵਰਸਲੀ ਨੇ, ਇੱਥੇ ਵੀ ਢੁਕਦੀਆਂ ਨੇ। ਜਿਵੇਂ ਕਿ ਤੁਸੀਂ ਬਾਕੀ ਸਿਚੁਏਸ਼ਨ ਦੱਸੀ, ਆਉਣ ਵਾਲੇ ਸਮੇਂ ਬਾਰੇ ਬਹੁਤ ਚਿੰਤਤ ਨੇ ਲੋਕ ਕਿ ਕੀ ਹੋਊਗਾ ਜੀ, ਔਰ ਉਹਦੇ ਜਿਹੜੀ ਆਉਣ ਵਾਲਾ ਸਮਾਂ ਆ ਉਹਦੇ ਬਾਰੇ ਬਹੁਤ ਜ਼ਿਆਦਾ ਓਪੀਨੀਅਨ ਦੇ ਵਿੱਚ ਡਿਫਰੈਂਸ ਵੀ ਹੈਗਾ ਆ, ਪੋਲੀਟੀਸ਼ੀਅਨਸ ਦਾ ਵੀ, ਆਮ ਲੋਕਾਂ ਦਾ ਵੀ, ਔਰ ਉਹਦੇ ਵਿੱਚ ਪੋਲਿਟਿਕਸ ਵੀ ਇਨਵੋਲਵ ਆ, ਕਿਉਂਕਿ ਹੁਣ ਆਉਣ ਵਾਲੇ ਸਮੇਂ 'ਚ ਸਾਡੇ ਇੱਥੇ ਇਲੈਕਸ਼ਨ ਦਾ ਈਅਰ ਆ ਜੀ। ਔਰ ਇਹ ਗੱਲ ਡਿਪੈਂਡ ਕਰਦੀ ਹੈ ਕਿ ਜਿਹੜਾ ਹੁਣ ਕਰੰਟ ਪ੍ਰੈਜ਼ੀਡੈਂਟ ਮਿਸਟਰ ਟਰੰਪ ਨੇ, ਉਹ ਇਹ ਸਾਰੇ ਐਪੀਸੋਡ ਨੂੰ ਕਿਵੇਂ ਕੰਟਰੋਲ ਕਰਦੇ ਨੇ। ਔਰ ਇਹ ਬੜਾ ਡੈਲੀਕੇਟ ਮਸਲਾ ਆ ਇਨ ਰਿਐਲਿਟੀ, ਕਿ ਇੱਕ ਪਾਸੇ ਤਾਂ ਕੋਵਿਡ ਦਾ ਖਤਰਾ ਹੈਗਾ ਆ,
ਜੀ ਤੇ ਦੂਜੇ ਪਾਸੇ ਜਿਹੜੀ ਇਕਨੋਮੀ ਆ ਉਹਦੀ ਵੀ ਹਾਲਤ ਜਿਹੜੀ ਆ, ਭਾਵੇਂ ਇੱਕ ਬੜੇ ਸਟਰੋਂਗ ਕੰਟਰੀ ਆ, ਪਰ ਫਿਰ ਵੀ ਕੁਛ ਇੱਕ ਸੈਗਮੈਂਟ ਹੈਗਾ ਸੋਸਾਇਟੀ ਦਾ ਜਿਹੜਾ ਕਿ ਹੁਣ ਜਿਹਨੂੰ ਕੰਮ ਤੇ ਜਾਣ ਦੀ ਲੋੜ ਆ, ਅਦਰਵਾਈਜ਼ ਉਹਨਾਂ ਕੋਲੇ ਖਾਣ ਨੂੰ ਰੋਟੀ ਨਹੀਂ ਹੋਊਗੀ। ਕਿਉਂਕਿ ਇੱਕ ਬਹੁਤ ਵੱਡਾ ਸੈਗਮੈਂਟ ਮੈਂ ਕਹਿ ਸਕਦਾ ਕਿ ਵਰਕਿੰਗ ਕਲਾਸ ਹੈ, ਜਿਹੜੇ ਲੋਕ ਜੌਬਾਂ ਕਰਦੇ ਨੇ, ਔਰ ਘਰ ਬੈਠੇ ਲੋਕਾਂ ਨੂੰ ਤੁਸੀਂ ਕਿੰਨਾ ਚਿਰ ਫੀਡ ਕਰ ਸਕਦੇ ਆ। ਇਟ ਡਜ਼ਨਟ ਮੈਟਰ ਕਿੰਨੀ ਵੱਡੀ ਸਟੇਟ ਆ, ਇੱਥੇ ਆਲਮੋਸਟ 30 ਮਿਲੀਅਨ ਤੋਂ ਉੱਪਰ ਲੋਕਾਂ ਨੇ ਜਿਹੜਾ ਹੈਗਾ ਆ ਉਹ ਅਨਪਲੋਇਮੈਂਟ ਫਾਈਲ ਕੀਤਾ ਹੋਇਆ ਆ, ਔਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਅਜੇ ਤੱਕ ਉਹਦੀ ਪਹਿਲੀ ਕਿਸ਼ਤ ਵੀ ਨਹੀਂ ਮਿਲੀ। ਮੈਂ ਜਾਣਦਾ ਕਾਫੀ ਲੋਕਾਂ ਨੂੰ ਜਿਨ੍ਹਾਂ ਨੇ ਅਨਪਲੋਇਮੈਂਟ ਕੀਤਾ ਸੀਗਾ। ਸੋ ਉਹਦੇ ਵਿੱਚ ਬਹੁਤ ਵੱਡੀ ਡਿਲੇ ਆ। ਇੰਨੇ ਲੋਕਾਂ ਨੂੰ ਪ੍ਰੋਸੈਸ ਹੀ ਕਰਨਾ ਅਨਪਲੋਇਮੈਂਟ ਵਾਸਤੇ ਇੱਕ ਵੱਡਾ ਇਸ਼ੂ ਬਣਿਆ ਹੋਇਆ ਇੱਥੇ। ਔਰ ਇਹ ਸਾਰੇ ਕਾਸੇ ਦੇ ਵਿੱਚੋਂ ਜਿਹੜੀ ਗੱਲ ਨਿਕਲ ਕੇ ਬਾਹਰ ਆ ਰਹੀ ਆ ਉਹ ਇਹ ਆ ਕਿ ਇਹਨਾਂ ਨੇ ਹੁਣ ਜਿਹੜਾ ਇਹਨੂੰ ਫੇਜ਼ ਵਾਈਜ਼ ਓਪਨ ਕਰਨ ਦਾ ਸੋਸਾਇਟੀ ਨੂੰ ਜਾਂ ਜਿਹੜਾ ਆਪਣਾ ਹੈਗਾ ਆ ਇਕਨੋਮੀ ਨੂੰ, ਉਹ ਇਹਨਾਂ ਨੇ ਨਿਰਣੇ ਕਰ ਲਏ ਨੇ। ਆਲਮੋਸਟ ਜਿਹੜੀਆਂ ਬਹੁਤ ਸਾਰੀਆਂ ਸਟੇਟਸ ਨੇ ਜਿਨ੍ਹਾਂ ਨੇ ਹੈਵ ਹੈਜ਼ਰਡਲੀ ਕਰ ਲਿਆ ਆ, ਜਿਹੜਾ ਕਿ ਮੇਰੇ ਖਿਆਲ ਦੇ ਵਿੱਚ ਹੋ ਸਕਦਾ ਉਹਦੇ ਜਿਹੜੇ ਨਤੀਜੇ ਨੇ ਆਉਣ ਵਾਲੇ ਸਮੇਂ ਜੋ ਚੰਗੇ ਬਣਾ ਹੋਣ। ਪਰ ਜਿਹੜੀਆਂ ਇਹ ਸਟੇਟਸ ਨੇ ਜਿਵੇਂ ਜਿੱਥੇ ਪਹਿਲਾਂ ਬਹੁਤ ਜ਼ਿਆਦਾ ਇੰਪੈਕਟ ਆ, ਜਿਹੜਾ ਨਾਰਥ ਈਸਟ ਦੀਆਂ ਸਟੇਟਸ ਨੇ, ਨਿਊ ਜਰਸੀ ਆ, ਨਿਊਯਾਰਕ ਆ, ਕਨੈਟੀਕਟ ਆ, ਇਹ ਜਿਹੜੇ ਨੇ ਮੋਰ ਕੈਲਕੂਲੇਟਡ ਨੇ, ਕਿਉਂਕਿ ਇਹਨਾਂ ਨੇ ਇਹਦਾ ਜਿਹੜਾ ਇੱਕ ਬਹੁਤ ਜਿਹੜਾ ਭੈੜਾ ਸੰਤਾਪ ਭੋਗਿਆ ਕਿ ਲੋਕਾਂ ਨੇ ਔਰ ਸਾਰੇ ਸਿਸਟਮ ਨੇ, ਜਿਸ ਹਿਸਾਬ ਨਾਲ ਇੱਥੇ ਵਾਇਰਸ ਹੋਈ ਆ ਔਰ ਜਿਸ ਹਿਸਾਬ ਨਾਲ ਇੱਥੇ ਲੋਕਾਂ ਦੀਆਂ ਡੈਥਸ ਹੋਈਆਂ ਨੇ। ਇਸ ਕਰਕੇ ਜਿਹੜਾ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੀਆਂ ਇਹ ਸਟੇਟਸ ਨੇ ਇਹ ਬੜੀ ਸੰਭਾਲ ਕੇ ਕਦਮ ਚੁੱਕ ਰਹੀਆਂ ਨੇ, ਪਰ ਕੁਝ ਸਟੇਟਸ ਬਾਕੀ ਨੇ ਜਿਵੇਂ ਫਲੋਰੀਡਾ ਆ, ਟੈਕਸਸ ਆ, ਜਾਂ ਈਵਨ ਹੋਰ ਮਿਡ ਵੈਸਟ ਦੀਆਂ ਸਟੇਟਸ ਨੇ, ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜੇ ਸਾਡੇ ਲੋਕਾਂ ਜੇ ਅਸੀਂ ਇੱਕ ਤਾਂ ਉੱਥੇ ਜ਼ਿਆਦਾ ਇੰਡਸਟਰੀ ਨਹੀਂ ਹੈਗੀ, ਜਿਹੜੇ ਲੋਕ ਨੇ ਜ਼ਿਆਦਾ ਉੱਥੇ ਇੰਨੇ ਵੈਲ ਟੂ ਡੂ ਨਹੀਂ ਹੈਗੇ। ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜੇ ਅਸੀਂ ਸਾਡੇ ਲੋਕ ਕੋਵਿਡ ਤੋਂ ਬਚ ਗਏ ਤਾਂ ਭੁੱਖ ਨਾ ਮਰਨਗੇ। ਸੋ ਇਟਸ ਅ ਡਿਫਿਕਲਟ ਚੁਆਇਸ ਕਿ ਉਹਨਾਂ ਨੇ ਲੋਕਾਂ ਨੂੰ ਫੀਡ ਕਰਨਾ ਆ ਜਾਂ ਉਹਨਾਂ ਨੇ ਕੋਵਿਡ ਤੋਂ ਬਚਾਉਣਾ ਹੈ। ਸੋ ਆਈ ਥਿੰਕ ਮੋਸਟ ਆਫ ਦੈਮ ਜਿਹੜੀਆਂ ਜਿੱਥੇ ਜ਼ਿਆਦਾ ਕੇਸਿਸ ਨਹੀਂ ਹੈਗੇ, ਸੋ ਉਹ ਇੱਕ ਚਾਂਸ ਹੀ ਲੈ ਰਹੇ ਨੇ ਕਿ ਉਹਨਾਂ ਨੇ ਆਪਣੀ ਜਿਹੜੀ ਇਕਨੋਮੀ ਆ ਉਹਨੂੰ ਖੋਲ੍ਹਣ ਦਾ ਹੌਲੀ ਹੌਲੀ ਫੈਸਲਾ ਕਰ ਲਿਆ ਆ। ਜਿਹੜਾ ਨਿਊਯਾਰਕ ਸਟੇਟ ਨੇ ਵੀ ਜਿਵੇਂ ਅੱਜ ਅਨਾਉਂਸ ਕੀਤਾ, ਨਿਊ ਜਰਸੀ ਸਟੇਟ ਨੇ ਵੀ ਅਨਾਉਂਸ ਕੀਤਾ ਆ ਕਿ ਉਹਨਾਂ ਨੇ ਕੁਛ ਨਿਊਯਾਰਕ ਸਟੇਟ ਨੇ ਕੁਛ ਜਿਹੜੀਆਂ ਕਾਊਂਟੀਜ਼ ਨੇ ਉਹ ਸਿਲੈਕਟ ਕਰ ਲਈਆਂ ਨੇ ਅੱਜ, ਜਿਹੜੀਆਂ ਜਿੱਥੇ ਬਹੁਤ ਘੱਟ ਕੇਸ ਨੇ, ਕਿ ਉਹਨਾਂ ਨੂੰ ਉਹ ਉੱਥੇ ਜਿਹੜੇ ਰੀਟੇਲ ਆ, ਕੁਛ ਇੱਕ ਜਿਹੜੇ ਆਮ ਜਿਹੜੇ ਬਿਜ਼ਨਸ ਨੇ, ਨਾਟ ਐਂਟਰਟੇਨਮੈਂਟ ਰਿਲੇਟਡ ਕੋਈ ਬਿਜ਼ਨਸ ਨਹੀਂ ਖੁੱਲੂਗਾ, ਨਾ ਹੀ ਉੱਥੇ ਕੋਈ ਜਿਹੜੇ ਨਾਨ ਅਸੈਂਸ਼ੀਅਲ ਜਿਨ੍ਹਾਂ ਦੀ ਕੋਈ ਲੋੜ ਨਹੀਂ ਹੈਗੀ ਉਹ ਵੀ ਨਹੀਂ ਖੁੱਲਣਗੇ। ਪਰ ਮੋਸਟਲੀ ਜਿਵੇਂ ਰੀਟੇਲ ਜਿਹੜੇ ਹੈਗੇ ਨੇ ਬਿਜ਼ਨਸ ਜਾਂ ਜਿਹੜੇ ਆਮ ਜ਼ਿੰਦਗੀ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਲੋੜ ਆ, ਸਟੋਰਸ ਵਗੈਰਾ, ਜਾਂ ਹੋਰ ਕੋਈ ਜਿਵੇਂ ਬਾਰਬਰ ਸ਼ਾਪ ਨੇ ਜਾਂ ਹੋਰ ਉਸ ਕਿਸਮ ਦੇ ਜਿਹੜੇ ਬਿਜ਼ਨਸ ਨੇ, ਮੇਰੇ ਖਿਆਲ 'ਚ ਉਹ 15 ਤਰੀਕ ਤੋਂ ਬਾਅਦ ਖੋਲ੍ਹ ਦਿੱਤੇ ਜਾਣਗੇ। ਨਿਊਯਾਰਕ ਦੇ ਵਿੱਚ ਸਭ ਤੋਂ ਵੱਧ ਅਸਰ ਹੋਇਆ ਸੀ। ਇਸ ਵੇਲੇ ਲੋਕ ਕਿੱਦਾਂ ਥੋੜ੍ਹਾ ਬਹੁਤਾ ਬਾਹਰ ਨਿਕਲਣੇ ਸ਼ੁਰੂ ਹੋਏ ਜਦੋਂ ਕੇਸਿਸ 'ਚ ਕਮੀ ਆਈ ਜੀ? ਨਹੀਂ ਜੀ, ਅਜੇ ਲੋਕ ਬਾਹਰ ਨਹੀਂ ਆਉਂਦੇ। ਉਹਦਾ ਰੀਜ਼ਨ ਇਹ ਆ ਕਿ ਕੁਛ ਬਾਹਰ ਹੈ ਨਹੀਂਗਾ ਕਰਨ ਨੂੰ, ਤੇ ਕੇਸਿਸ ਵੀ ਅਜੇ ਕਾਫੀ ਆ ਰਹੇ ਨੇ। ਮਤਲਬ ਇਦਾਂ ਨਹੀਂ ਕਿ ਕੇਸ ਬੰਦ ਹੋ ਗਏ ਨੇ, ਉਹ ਇਹ ਆ ਕਿ ਉਹਦੀ ਜਿਹੜੀ ਕਰਵ ਆ ਉਹ ਫਿਊ ਫਲੈਟ ਹੋਈ ਆ, ਹੁਣ ਥੱਲੇ ਆ ਰਹੀ ਆ ਨਾ। ਜਿਹੜੇ ਹਾਰਡ ਹਿੱਟ ਏਰੀਆਜ਼ ਨੇ ਜਿਵੇਂ ਨਿਊਯਾਰਕ ਸਿਟੀ ਆ, ਜਿਹੜੇ ਨਿਊਯਾਰਕ ਸਿਟੀ ਦੇ ਚਾਰ ਚਫੇਰੇ ਦੇ ਏਰੀਆ ਜਿਹਦੇ ਵਿੱਚ ਸਾਡਾ ਵੀ ਏਰੀਆ ਆਉਂਦਾ, ਉੱਥੇ ਲੋਕ ਨੇ ਜਿਹੜੇ ਉਹ ਥੋੜੇ ਬਹੁਤੇ ਚਲੋ ਉਹਨਾਂ ਨੇ ਪਾਰਕਸ ਵਗੈਰਾ ਜਿਵੇਂ ਖੋਲ੍ਹ ਦਿੱਤੇ ਨੇ, ਲੋਕ ਸੰਭਲ ਕੇ ਜਿਹੜਾ ਆ ਉਹ ਆਪਣੀ ਵਾਕ ਵਗੈਰਾ ਕਰ ਲੈਂਦੇ ਨੇ। ਪਰ ਏਦਾਂ ਫ੍ਰੀ ਜਿਹੜੀ ਮੂਵਮੈਂਟ ਆ ਲੋਕਾਂ ਦੀ ਜਾਂ ਚਹਿਲ ਪਹਿਲ ਵਾਲੀ ਕੋਈ ਗੱਲ ਨਹੀਂ ਗੀ। ਇਹ ਜ਼ਰੂਰ ਆ ਕਿ ਕੁਝ ਲੋਕ ਜਿਨ੍ਹਾਂ ਨੇ ਜਿਹੜੀਆਂ ਕੰਪਨੀਜ਼ ਨੇ ਜਾਂ ਸਮਾਲ ਬਿਜ਼ਨਸ ਨੇ, ਜਿਹੜੇ ਕਿ ਜਿਹਨਾਂ ਨੂੰ ਲੱਗਦਾ ਕਿ ਅਸੀਂ ਥੋੜੇ ਬਹੁਤੇ ਸੇਫਟੀ ਮੈਜਰ ਲੈ ਕੇ ਆਪਣੇ ਬਿਜ਼ਨਸ ਖੋਲ੍ਹ ਸਕਦੇ ਆ, ਉਹਨਾਂ ਨੇ ਜਿਹੜਾ ਹੈਗਾ ਆ ਉਹ ਆਪਣੇ ਬਿਜ਼ਨਸ ਆ ਜਿਹੜੇ ਉਹ ਖੋਲ੍ਹਣੇ ਸ਼ੁਰੂ ਕਰਤੇ ਨੇ। ਅਲਟੀਮੇਟਲੀ ਇਸ ਤਰੀਕੇ ਨਾਲ ਬੰਦ ਹੋ ਕੇ ਤਾਂ ਕੰਮ ਚੱਲਣਾ ਨਹੀਂ ਲੌਂਗ ਟਰਮ। ਸੋ ਹਰ ਇੱਕ ਬੰਦਾ ਜਿਹੜਾ ਆ ਉਹ ਆਪਣੇ ਆਪ ਨੂੰ ਜਿਹੜੀ ਨਵੀਂ ਸਿਚੁਏਸ਼ਨ ਆ, ਜਿਹੜੇ ਨਵੇਂ ਚੈਲੰਜਸ ਨੇ, ਉਹਦੇ ਮੁਤਾਬਕ ਅਡੈਪਟੇਬਲ ਬਣਾ ਕੇ ਆਪਣੇ ਵਰਕ ਪਲੇਸ ਨੂੰ ਅਡੈਪਟੇਬਲ ਬਣਾ ਕੇ ਉਹਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਤਾਂ ਕਿ ਹੌਲੀ ਹੌਲੀ ਜਿਹੜਾ ਹੈਗਾ ਆ ਉਹ ਜਿਹੜਾ ਕੌਨਫੀਡੈਂਸ ਆ ਤੁਹਾਡੇ ਵਰਕਰਸ ਦਾ ਵੀ, ਹੋਰ ਵੀ ਜਿਹੜਾ ਸਿਸਟਮ ਦੇ ਆ ਹੌਲੀ ਹੌਲੀ ਬਿਲਡ ਹੋਣਾ ਸ਼ੁਰੂ ਹੋਵੇ। ਜੀ ਸਰਦਾਰ ਯਾਦਵ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ, ਔਰ ਤੁਹਾਨੂੰ ਇਸ ਵੇਲੇ ਤੱਕ ਅਸੀਂ ਜਗਾਇਆ, ਬੌਦਰ ਕੀਤਾ ਜੀ। ਔਰ ਅਸੀਂ ਆਸ ਕਰਦੇ ਹਾਂ ਕਿ ਜਦੋਂ ਅਸੀਂ ਦੁਬਾਰਾ ਗੱਲ ਕਰਾਂਗੇ ਕਦੇ ਤਾਂ ਤੁਹਾਡੇ ਸਾਰਾ ਕੁਝ ਬਿਲਕੁਲ ਠੀਕ ਠਾਕ ਹੋ ਚੁੱਕਾ ਹੋਵੇਗਾ। ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਦੋਸਤੋ ਇਸ ਸੰਗ ਦਾ ਯਾਦਵਿੰਦਰ ਸਿੰਘ ਨਿਊਯਾਰਕ ਤੋਂ ਸਾਡੇ ਨਾਲ ਗੱਲਬਾਤ ਕੀਤੀ। ਸੱਚਮੁੱਚ ਉੱਥੇ ਜਿਹੜੀ ਹਾਲਾਤ ਆ ਹਜੇ ਪੂਰੇ ਠੀਕ ਤਾਂ ਨਹੀਂ ਹੋਏ ਪਰ ਸੁਧਰ ਰਹੇ ਨੇ। ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਜਿਹੜੀ ਕਰਵ ਆ ਉਹ ਫਲੈਟ ਹੋ ਰਹੀ ਆ। ਆਸ ਕਰਦੇ ਹਾਂ ਕਿ ਇਹ ਸਭ ਤੋਂ ਵੱਧ ਹਿੱਟ ਹੋਣ ਵਾਲਾ ਦੇਸ਼ US ਜਲਦੀ ਤੋਂ ਜਲਦੀ ਆਪਣੀ ਪਟੜੀ ਦੇ ਉੱਤੇ ਆਵੇ, ਕਿਉਂਕਿ ਬਹੁਤ ਕੁਝ ਕਿਤੇ ਨਾ ਕਿਤੇ ਕੈਨੇਡਾ ਦਾ ਵੀ US ਦੇ ਨਾਲ ਜੁੜਿਆ ਆ ਔਰ ਇੱਥੋਂ ਹੀ ਪੂਰੀ ਦੁਨੀਆ ਜਿਹੜੀ ਆ ਕਿਤੇ ਨਾ ਕਿਤੇ ਕੋਈ ਸੁਨੇਹਾ ਵੀ ਲੈਂਦੀ ਹੈ ਔਰ ਇਹਦੀ ਵੀ ਆਸ ਕਰਦੇ ਹਾਂ ਕਿ ਜਿਹੜੀਆਂ ਇਹ ਵੈਕਸੀਨਸ ਦੀਆਂ ਗੱਲਾਂ ਹੁੰਦੀਆਂ ਇਹ ਵੀ ਜਲਦੀ ਤੋਂ ਜਲਦੀ ਸਾਹਮਣੇ ਆਉਣ। ਸੋ ਸਾਡੇ ਨਾਲ ਡਾਕਟਰ ਪ੍ਰਗਟ ਸਿੰਘ ਭੁਰਜੀ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ। ਡਾਕਟਰ ਪ੍ਰਗਟ ਸਿੰਘ ਭੁਰਜੀ ਉਹਨਾਂ ਦੇ ਨਾਲ ਕੈਨੇਡਾ ਦੇ ਵਿੱਚ ਕੀ ਸਥਿਤੀ ਹੈ ਇਸ ਵੇਲੇ, ਕੀ ਕੋਈ ਅਪਡੇਟ ਆ ਇਹਦੇ ਬਾਰੇ, ਵਾਇਰਸ ਬਾਰੇ, BC ਦੇ ਵਿੱਚ ਕੀ ਬਣੂਗਾ ਆਉਣ ਵਾਲੇ ਸਮੇਂ ਦੇ ਵਿੱਚ। ਸਾਡਾ ਰੋਜ਼ਾਨਾ ਲਗਭਗ ਸਾਥ ਦਿੰਦੇ ਨੇ ਡਾਕਟਰ ਪ੍ਰਗਟ ਸਿੰਘ ਭੁਰਜੀ, ਸਾਡੇ ਨਾਲ ਗੱਲਬਾਤ ਕਰਦੇ ਨੇ, ਸਾਨੂੰ ਅਪਡੇਟ ਕਰਦੇ ਨੇ। ਸਾਡੇ ਕੋਲ ਇੰਨਾ ਸਮਾਂ ਨਹੀਂ ਦੋਸਤੋ ਕਿ ਅਸੀਂ ਪੜ੍ਹ ਸਕੀਏ ਜਾਂ ਅਸੀਂ ਜਾਣ ਸਕੀਏ। ਸੋ ਡਾਕਟਰ ਸਾਹਿਬ ਸਾਨੂੰ ਜਾਣਕਾਰੀ ਦਿੰਦੇ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ ਤੇ ਸਾਰੇ ਦੇਖਣ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਅੱਜ ਕੀ ਅਪਡੇਟ ਆ ਜੀ? ਵੀਕਐਂਡ ਤੋਂ ਬਾਅਦ ਅਸੀਂ ਕਿੱਥੇ ਇਸ ਵੇਲੇ ਖੜੇ ਹਾਂ ਜੀ? ਦੇਖੋ, ਬ੍ਰਿਟਿਸ਼ ਕੋਲੰਬੀਆ ਦੀ ਸਥਿਤੀ ਤੇ ਕਾਫੀ ਠੀਕ ਹੈਗੀ ਆ। ਸਾਡੇ ਕੇਸਿਸ ਵੀ ਘਟੇ ਆ, ਰਿਕਵਰੀ ਜ਼ਿਆਦਾ ਹੋ ਰਹੀ ਆ ਔਰ ਨਵੇਂ ਕੇਸਿਸ ਘਟ ਰਹੇ ਆ। ਬ੍ਰਿਟਿਸ਼ ਕੋਲੰਬੀਆ 'ਚ ਨਾ 6000 ਹਸਪੀਟਲ ਬੈੱਡ ਹੈਗਾ ਟੋਟਲ, ਔਰ ਅਗਰ ਆਪਾਂ ਦੇਖੀਏ ਤੇ ਉਹਦੇ ਵਿੱਚੋਂ ਕੋਵਿਡ ਦੇ ਸਾਰੇ ਪੇਸ਼ੈਂਟ ਜਿਹੜੇ ਹਸਪੀਟਲ 'ਚ ਆ ਉਹ ਕਰੀਬਨ 84 ਹੁੰਦੇ ਆ। ਸੋ 100 ਤੋਂ ਥੱਲੇ ਆ। ICU 'ਚ ਨੰਬਰ ਘਟ ਗਿਆ, ਉਦੋਂ ਹਸਪੀਟਲ ਵਾਲੇ ਕੇਸਿਸ ਦਾ ਨੰਬਰ ਘਟ ਗਿਆ। ਸੋ ਸਥਿਤੀ ਚੰਗੀ ਆ, ਲੇਕਿਨ ਜਿਹੜਾ ਵੀਕਐਂਡ ਲੰਘਿਆ ਆ ਕਿਉਂਕਿ ਧੁੱਪ ਹੋ ਗਈ ਸੀ, 30 ਡਿਗਰੀ ਦੇ ਲਾਗੇ ਚਾਗੇ ਟੈਂਪਰੇਚਰ ਅੱਪੜ ਗਿਆ ਜੀ। ਸੋ ਲੋਕਾਂ ਨੇ ਬੀਚਸ ਜਿਹੜੀਆਂ ਹੈਗੀਆਂ ਖਾਸ ਕਰਕੇ ਜੈਰੀਕੋ ਬੀਚ ਜਾਂ ਦੂਜੀਆਂ ਵੈਂਕੂਵਰ ਦੀਆਂ ਬੀਚਾਂ ਉਹ ਬਹੁਤ ਜ਼ਿਆਦਾ ਕਰਾਊਡਡ ਕਰ ਦਿੱਤੀਆਂ। 1900 ਵਾਰਨਿੰਗਸ ਦਿੱਤੀਆਂ ਗਈਆਂ ਵੈਂਕੂਵਰ 'ਚ ਵੀ ਜਿੱਥੇ ਫਿਜ਼ੀਕਲ ਡਿਸਟੈਂਸ ਜਿਹੜਾ ਹੈਗਾ ਉਹ ਨਹੀਂ ਰੱਖਿਆ ਜਾ ਰਿਹਾ ਸੀ ਜੀ। ਕੋਈ ਵੀ BC ਦੇ ਵਿੱਚ ਜਿਹੜਾ ਹੈਗਾ ਟਿਕਟ ਨਹੀਂ ਮਿਲੀ, ਲੇਕਿਨ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਆ ਕਿ ਤੁਸੀਂ ਮੁੜ ਜਾਓ। ਬਹੁਤੇ ਲੋਕੀ ਲਿਸਨ ਕਰ ਰਹੇ ਆ, ਲੇਕਿਨ ਇਹ ਕੁਝ ਸੋਸਾਇਟੀ ਦਾ ਸੈਗਮੈਂਟ ਆ ਜਿਹੜਾ ਉਲੰਘਣਾ ਕਰ ਰਿਹਾ ਔਰ ਉਹਨਾਂ ਨੂੰ ਵੀ ਸਾਡੇ ਨਾਲ ਹੱਥ ਚੱਲ ਕੇ ਇਸ ਮੁਹਿੰਮ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ। ਜਦੋਂ ਟਿਕਟਾਂ ਦੀ ਗੱਲ ਚੱਲੀ ਹੈ ਤੇ ਆਲ ਓਵਰ ਕੈਨੇਡਾ ਵੀ ਬਹੁਤ ਟਿਕਟਾਂ ਇਸ਼ੂ ਹੋਈਆਂ ਔਰ ਕਈ ਪ੍ਰੋਵਿੰਸ ਨੇ ਫਾਈਨ ਵੀ ਲਾਇਆ। ਅੱਛਾ ਜੀ। 5.8 ਮਿਲੀਅਨ ਦਾ ਫਾਈਨ ਜਿਹੜਾ ਹੈਗਾ ਇਹ ਜਿਹੜੇ ਪ੍ਰੋਵੀਜ਼ਨਸ ਆ, ਬਾਇਲਾਸ ਆ, ਉਹਦੀ ਉਲੰਘਣਾ ਕਰਨ 'ਚ ਅਜੇ ਗਵਰਨਮੈਂਟ ਨੇ ਕਲੈਕਟ ਕਰਨਾ। ਪਰ ਸਭ ਤੋਂ ਜ਼ਿਆਦਾ ਹੈਗੀ ਹੈ ਪ੍ਰੋਵਿੰਸ ਆਫ ਕਿਊਬੈਕ ਔਰ ਓਨਟਾਰੀਓ 'ਚ ਫਾਈਨਾਂ ਲੱਗੀਆਂ। ਹੁਣ ਅਗਰ ਆਪਾਂ ਦੇਖੀਏ ਕੈਨੇਡਾ ਦੇ ਵਿੱਚ ਆਪਾਂ 10 ਪ੍ਰੋਵਿੰਸ ਆ ਤੇ 3 ਟੈਰੀਟਰੀਜ਼ ਆ। ਜਿਹੜਾ ਨੂਨਾਵਿਟ ਹੈਗਾ ਉਹ 'ਚ ਕੋਈ ਕੇਸ ਨਹੀਂ ਹੋਇਆ, ਬਾਕੀ ਟੈਰੀਟਰੀਜ਼ 'ਚ ਕੇਸਿਸ ਹੋਏ ਲੇਕਿਨ ਮੌਤ ਨਹੀਂ ਹੋਈ। ਸਿਰਫ ਅਗਰ ਆਪਾਂ ਗਈਏ ਥੋੜੀ ਬਹੁਤ ਨਿਊਫੀਲੈਂਡ ਹੋਈ, ਥੋੜੀ ਬਹੁਤ ਹੋਰ ਪ੍ਰੋਵਿੰਸ 'ਚ ਹੋਈ। ਐਲਬਰਟਾ ਦੀ ਔਰ BC ਦੀ 130 ਤੋਂ ਥੱਲੇ ਰਹੀ। ਜ਼ਿਆਦਾ ਪਸਾਰਾ ਕਿਊਬੈਕ ਔਰ ਜ਼ਿਆਦਾ ਓਨਟਾਰੀਓ 'ਚ। ਹੁਣ ਕਿਊਬੈਕ 'ਚ ਇਸ ਵੇਲੇ ਅੱਜ ਉਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਜਿਹੜਾ ਪ੍ਰਾਇਮਰੀ ਸਕੂਲ ਆ ਜਿਹੜੇ 6ਵੀਂ ਤੱਕ ਬੱਚੇ ਪੜ੍ਹਦੇ ਆ ਵੀ ਉਹ ਖੋਲਿਆ ਜਾਏ, ਲੇਕਿਨ ਉਹਦੇ ਵਿੱਚ ਉਹਨਾਂ ਨੇ ਪੈਰੈਂਟਸ ਨੂੰ ਫਿਰ ਵੀ ਕਿਹਾ ਵੀ ਤੁਸੀਂ ਆਪਣੀ ਮਰਜ਼ੀ ਕਰੋ, ਅਸੀਂ ਫੋਰਸ ਨਹੀਂ ਕਰ ਰਹੇ, ਲੇਕਿਨ ਇਹ ਪ੍ਰੋਵੀਜ਼ਨ ਖੋਲ ਦਿੱਤੀ ਜਾਊਗੀ। ਔਰ ਉਹਦੇ ਵਿੱਚ ਹਰ ਕਲਾਸ 'ਚ 15 ਬੱਚਿਆਂ ਤੋਂ ਜ਼ਿਆਦਾ ਕਲਾਸ 'ਚ ਨਹੀਂ ਹੋਣਗੇ। 6-6 ਫੁੱਟ ਦੀ ਫਿਜ਼ੀਕਲ ਡਿਸਟੈਂਸ ਹੋਏਗੀ। ਲੰਚ ਟਾਈਮ ਉਹਨਾਂ ਨੂੰ ਆਪਣਾ ਭੋਜਨ ਉੱਥੇ ਖਾਣਾ ਪਏਗਾ। ਅਗਰ ਬਾਹਰ ਖੇਡਣ ਜਾਂਦੇ ਆ ਤਾਂ 15 ਤੋਂ ਜ਼ਿਆਦਾ ਨਹੀਂ ਜਾ ਸਕਦੇ। 6 ਫੁੱਟ ਦਾ ਮੇਨਟੇਨੈਂਸ ਉਹਨਾਂ ਨੂੰ ਰੱਖਣਾ ਪੈਣਾ। ਸਕੂਲ ਬੱਸ ਬੱਚਿਆਂ ਨੂੰ ਲੈ ਕੇ ਆਉਂਦੀ ਆ, ਉਹਦੇ ਵਿੱਚ ਵੀ ਜਿਵੇਂ ਇੱਕ ਸੀਟ 'ਚ ਇੱਕ ਬੱਚਾ ਬਿਠਾਇਆ ਜਾਊਗਾ ਵੀ ਇੱਕ ਇਸ ਕੋਨੇ 'ਚ ਇੱਕ ਦੂਜੇ ਕੋਨੇ 'ਚ, ਤਾਂ ਕਿ 6-6 ਫੁੱਟ ਦਾ ਫਰਕ ਰਹੇ। ਔਰ ਬੱਸ ਡਰਾਈਵਰ ਨੂੰ 4 ਟ੍ਰਿਪ ਲਾਉਣੇ ਪੈਣੇ ਆ ਅਗਰ ਪੂਰੇ ਬੱਚੇ ਹੁੰਦੇ ਆ। ਔਰ BC ਦੇ ਵਿੱਚ ਜਿਹੜਾ ਹੈਗਾ ਕਾਊਂਟ ਸਾਡਾ ਥੱਲੇ ਚੱਲ ਰਿਹਾ, ਲੇਕਿਨ ਮਾਨਯੋਗ ਸਾਡੇ ਜਿਹੜੇ ਚੀਫ ਮੈਡੀਕਲ ਆਫਿਸਰ ਉਹ ਕਹਿੰਦੇ ਵੀ ਕੋਵਿਡ ਅਜੇ ਖਤਮ ਨਹੀਂ ਹੋਇਆ, ਤੁਸੀਂ ਥੋੜਾ ਸਬਰ ਕਰ ਲਓ। ਅਸੀਂ ਠੀਕ ਹੈ, ਅੱਛੇ ਚੱਲ ਰਹੇ ਆ, ਲੇਕਿਨ ਅਸੀਂ ਫੇਰ ਨਾ ਦੁਬਿਧਾ 'ਚ ਪੈ ਜਾਈਏ ਵੀ ਆਪਸ 'ਚ ਮਿਲ ਜੁਲ ਕੇ ਰੈਪਿਡਲੀ ਜਿਹੜਾ ਇਹਦਾ ਹੈਗਾ ਨੰਬਰ ਵਧੇ। ਹਾਲਾਂਕਿ ਜਿਹੜੀ ਹਦਾਇਤਾਂ ਪ੍ਰੀਮੀਅਰ ਸਾਹਿਬ ਨੇ ਦਿੱਤੀਆਂ ਸੀ ਪਿਛਲੇ ਹਫਤੇ ਉਹ ਮੰਡੇ ਤੋਂ ਲਾਗੂ ਹੋਣੀਆਂ, ਜਿਹੜਾ ਕਿ 18 ਤਰੀਕ ਹੈ। ਤੇ 15 ਤੋਂ ਥੋੜਾ ਬਹੁਤ ਉਹ ਕਹਿ ਰਹੇ ਆ ਵੀ ਅਸੀਂ 6 ਬਹੁਤ ਨਿਕਟਵਰਤੀ ਫੈਮਿਲੀ ਦੇ ਮੈਂਬਰ ਇਕੱਠੇ ਹੋ ਸਕਦੇ, ਲੇਕਿਨ 15 ਤਰੀਕ, ਲੇਕਿਨ ਇਹ ਉਲੰਘਣਾ ਵੀਕਐਂਡ 'ਚ ਹੋ ਗਈ। ਦੂਜਾ ਆ ਰਿਹਾ ਸੀ ਸਾਹਮਣੇ ਵੀ ਅੱਜ ਕੱਲ ਕੈਨੇਡੀਅਨ ਬਾਏ ਕੀ ਕਰ ਰਹੇ, ਚੀਜ਼ਾਂ ਕੀ ਖਰੀਦ ਰਹੇ। ਜਦੋਂ ਤੁਹਾਨੂੰ ਪਤਾ ਪਸੂੜੀ ਪੈ ਗਈ ਸੀ ਵੀ ਰਾਸ਼ਨ ਖਰੀਦੋ, ਟਾਇਲਟ ਪੇਪਰ ਖਰੀਦੋ, ਇਹ ਖਰੀਦੋ। ਹੁਣ ਸਭ ਤੋਂ ਜ਼ਿਆਦਾ ਲੋਕੀ ਕਾਫੀ ਬਾਏ ਕਰ ਰਹੇ ਆ, ਜਾਂ ਕਾਫੀ ਬਣਾਉਣ ਵਾਲੀ ਸਮੱਗਰੀ ਜਾਂ ਕਾਫੀ ਫਿਲਟਰ, ਕਿਉਂਕਿ
ਲੋਕੀ ਬਾਹਰ ਜਾਣਾ ਨਹੀਂ ਮੰਗਦੇ, ਨਹੀਂ ਤੇ ਲੋਕੀ ਰੋਜ਼ ਸਵੇਰੇ ਗਿੱਜੇ ਦੇ ਟਿਮ ਹਾਰਟਨ ਸਟਾਰਬਕਸ ਤੋਂ ਜਾ ਕੇ ਕਾਫੀ ਲੈਣ। ਸੋ 68% ਲੋਕੀ ਜਿਹੜੇ ਹੈਗੇ ਆ ਹੁਣ ਉਹ ਆਪਣੇ ਘਰਾਂ 'ਚ ਬਣਾਉਣਾ ਚਾਹੁੰਦੇ ਆ। 75% ਲੋਕ ਜਿਹੜੇ ਬਾਏ ਕਰ ਰਹੇ ਆ ਉਹ ਹੈਗੇ ਆ ਰੰਗ ਲਾਉਣ ਵਾਲਾ, ਵਾਲਾਂ ਨੂੰ ਜਾਂ ਦੂਜਾ, ਕਿਉਂਕਿ ਸਲੂਨਸ ਸਪਾ ਸਾਰੇ ਬੰਦ ਆ। ਫਿਰ ਜਿਹੜੇ ਬੇਕਿੰਗ ਵਾਸਤੇ ਹੈਗਾ ਵੀ ਘਰ 'ਚ ਬਹਿ ਕੇ ਹੁਣ ਲੋਕੀ ਬੋਰ ਹੋ ਗਏ ਆ, ਵੀ ਜਿੱਦਾਂ ਪੁਰਾਣੇ ਟਾਈਮ ਤੇ ਨਹੀਂ ਸਾਡੀਆਂ ਦਾਦੀਆਂ ਨਾਨੀਆਂ ਬੇਕ ਕਰਦੀਆਂ ਹੁੰਦੀਆਂ ਸੀ, ਬ੍ਰੈਡ ਕੁਕੀਜ਼ ਜਾਂ ਹੋਰ ਚੀਜ਼ਾਂ, ਬੱਚੇ ਉਹ ਸਮੱਗਰੀ ਇਕੱਠੀ ਕਰ ਰਹੇ ਔਰ ਵਾਕਈ ਦੂਜੀਆਂ ਚੀਜ਼ਾਂ ਵੀ ਹੈਗੀਆਂ ਲੋੜ ਵਾਲੀਆਂ। ਵੈਂਕੂਵਰ 에ਅਰਪੋਰਟ 'ਚ ਪਿਛਲੇ ਵਰੇ 26.9 ਮਿਲੀਅਨ ਯਾਤਰੀ ਆਏ ਸੀ, ਉਹ ਰੈਕੋਰਡ ਸੀ ਜੀ। ਲੇਕਿਨ ਹੁਣ ਵੈਂਕੂਵਰ 에ਅਰਪੋਰਟ ਸੋਚ ਰਿਹਾ ਵੀ ਆਉਣ ਵਾਲੇ 3 ਸਾਲ 'ਚ 8,000 ਤੋਂ ਮੇ ਵੀ ਮੈਕਸਿਮਮ 15,000 ਤੱਕ ਹੋਣ, ਲੇਕਿਨ ਉਹਨਾਂ ਨੂੰ ਆਸ ਹੈਗੀ ਵੀ 8,000 ਹੀ ਹੋਣੇ, ਜ਼ਿਆਦਾ ਨਹੀਂ ਹੋਣੇ, ਕਿਉਂਕਿ 에ਅਰ ਟਰੈਵਲਿੰਗ ਬਹੁਤ ਘਟ ਜਾਣੀ ਹੈ, ਲੋਕਾਂ ਨੇ ਵੀ ਡਰਨਾ। ਸੋ ਫਿਲਹਾਲ ਇਹਦੇ 'ਚ ਕੋਈ ਨਵੀਂ ਦਵਾਈ ਨਹੀਂ ਆਈ, ਕੋਈ ਨਵਾਂ ਰਿਸਰਚ ਨਹੀਂ ਆਇਆ, ਜਿਹੜੇ ਵੈਕਸੀਨ ਦੀ ਟ੍ਰਾਇਲ ਚੱਲ ਰਹੀਆਂ ਚੱਲਦੀਆਂ ਰਹਿਣਗੀਆਂ, ਲੇਕਿਨ ਸਾਨੂੰ ਅਜੇ ਵੀ ਫਿਜ਼ੀਕਲ ਡਿਸਟੈਂਸ ਮੇਨਟੇਨ ਕਰਨਾ ਚਾਹੀਦਾ। ਮੈਂ ਆਫਿਸ 'ਚ ਜਾਣਾ, ਲੇਕਿਨ ਬਹੁਤ ਜ਼ਿਆਦਾ ਕੋਈ ਲੋੜਵੰਦ ਬੱਚਾ ਉਹਨੂੰ ਦੇਖਦੇ ਆ, ਬਾਕੀ ਆਪਾਂ ਵਰਚੁਅਲ ਟੈਕਨੋਲੋਜੀ ਦੇ ਨਾਲ ਕੰਮ ਕਰਨ ਦੇ ਆ ਔਰ ਹੌਲੀ ਹੌਲੀ ਇਹ ਅਦਾਰੇ ਖੁੱਲਣਗੇ। ਔਰ ਜਦੋਂ ਆਪਾਂ 15 ਮਈ ਤੋਂ ਜੂਨ ਦੇ ਵਿੱਚ ਜਾਵਾਂਗੇ, ਅਗਰ ਕੇਸਿਸ ਨਾ ਵਧੇ ਤੇ ਜੂਨ ਤੋਂ ਲੈ ਕੇ ਸਤੰਬਰ 'ਚ ਸ਼ਾਇਦ ਮੂਵੀ ਥੀਏਟਰ ਵੀ ਖੁੱਲਣ, ਸ਼ਾਇਦ ਹੋਰ ਚੀਜ਼ਾਂ ਖੁੱਲਣ। ਲੇਕਿਨ ਜਿਹੜਾ ਨਾਈਟ ਕਲੱਬ ਆ, ਜਿਹੜੇ ਰਾਤ ਨੂੰ ਕਸੀਨੋਸ ਚੱਲਦੇ ਆ ਜਾਂ ਪਬ ਚੱਲਦੇ, ਉਹ ਸ਼ਾਇਦ ਫਿਲਹਾਲ ਉਹਨਾਂ ਦੇ ਉੱਤੇ ਕੋਈ ਗੱਲ ਨਹੀਂ ਹੋ ਰਹੀ। 50 ਤੋਂ ਉੱਤੇ ਵਾਲੀ ਗੈਦਰਿੰਗ ਇੱਥੇ ਨਹੀਂ ਹੋਣੀ ਜਦ ਤੱਕ ਟੀਕਾ ਨਹੀਂ ਇਹਦਾ ਬਣਦਾ ਜਾਂ ਕੋਈ ਦਵਾਈ ਨਹੀਂ ਆਉਂਦੀ। ਦੂਜੀ ਗੱਲ ਮੈਂ ਥੋੜਾ ਜਿਹਾ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ, ਆ ਹੈਗਾ N95 ਮਾਸਕ ਜੀ। ਹੁਣ ਆ N95 ਮਾਸਕ ਹੈ, ਮੇਰੀ ਦਾੜੀ ਆ, ਅਗਰ ਤੁਸੀਂ ਦੇਖੋ ਬਹੁਤ ਈਜ਼ੀਲੀ ਫਿਟ ਹੋ ਜਾਂਦਾ। ਬਿਲਕੁਲ। ਅਗਰ ਫੇਰ ਵੀ ਸਮਝੋ ਕੋਈ ਲੂਸ ਹੈਗਾ N95 ਮਾਸਕ, ਆ ਹੈਗਾ ਠਾਠਾ ਜੀ, ਇਹ ਬੰਨਿਆ ਦਾੜੀ ਦੇ ਉੱਤੇ ਤੇ ਇਹਦੇ ਉੱਤੇ N95 ਪਾ ਲਓ ਤੇ ਸਗੋਂ ਹੋਰ ਪ੍ਰੋਟੈਕਸ਼ਨ ਹੋ ਜਾਂਦੀ ਆ, ਸੋ ਅੱਛੀ ਤਰ੍ਹਾਂ ਫਿਟ ਹੋ ਜਾਂਦਾ। ਸੋ ਸਾਡੇ ਕੋਲ ਆਪਸ਼ਨਸ ਹੈਗੇ ਆ। ਜਿਹੜਾ ਵੀ ਸਿੱਖ ਡਾਕਟਰ ਹੈਗਾ ਜਿਹਦੀ ਦਾੜੀ ਹੈਗੀ ਹੈ, ਦਸਤਾਰ ਹੈਗਾ, ਉਹ N95 ਜਿਹੜਾ ਮਾਸਕ ਹੈਗਾ ਉਹ ਬਿਲਕੁਲ ਚੰਗੀ ਤਰ੍ਹਾਂ ਇਸਤੇਮਾਲ ਕਰ ਸਕਦਾ। ਦੂਜੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਵੀ ਜਿਹੜਾ ਹੁੰਦੇ ਆ ਪਿਊਰੀਫਾਈਡ 에ਅਰ ਪਾਵਰਡ ਰੈਸਪੀਰੇਟਰਸ, ਇਹ ਮੈਂ ਤੁਹਾਡੇ ਲਈ ਇਸ ਲਈ ਦੱਸਣਾ ਚਾਹੁੰਦਾ ਆਡੀਅנס ਨੂੰ ਇਹ ਪਿਕਚਰ, ਕਿਉਂਕਿ ਆਡੀਅנס ਨੂੰ ਪਤਾ ਲੱਗੇ ਵੀ ਸਾਡੇ ਕੋਲ ਹੋਰ ਵੀ ਟੈਕਨੋਲੋਜੀ ਮੌਜੂਦ ਹੈਗੀ ਆ। ਅਗਰ ਆਪਾਂ ਆ ਦੇਖੀਏ, ਆ 100% ਪ੍ਰੋਟੈਕਟਿਵ ਆ, ਇਹਦੇ 'ਚ ਕੋਈ ਦਸਤਾਰ ਲਾਉਣ ਦੀ ਲੋੜ ਨਹੀਂ, ਦਾੜੀ ਬੰਨਣ ਦੀ ਲੋੜ ਵੀ ਨਹੀਂ ਹੈਗੀ ਜੀ। ਇਹ 100% ਪ੍ਰੋਟੈਕਟ ਕਰਦਾ ਸਾਨੂੰ। N95 ਸਿਰਫ 95% ਪ੍ਰੋਟੈਕਟ ਕਰਦਾ, ਤੇ ਸਾਨੂੰ ਸੁਚੇਤਾ ਵਰਤਣੀ ਚਾਹੀਦੀ ਆ। ਦੇਖੋ ਅਸੀਂ ਕੋਵਿਡ ਦੀ ਲੜਾਈ 'ਚ ਲੜਨਾ ਚਾਹੁੰਦੇ ਆ, ਲੇਕਿਨ ਨਾਲ ਨਾਲ ਜਿਹੜੀ ਸਾਡੀ ਆਈਡੈਂਟਿਟੀ ਗੁਰੂਆਂ ਨੇ ਦਿੱਤੀ ਆ ਉਹ ਵੀ ਬਰਕਰਾਰ ਰੱਖਣਾ ਚਾਹੁੰਦੇ ਆ। ਸੋ ਕੋਈ ਖਾਸ ਡਿਵੈਲਪਮੈਂਟ ਨਹੀਂ ਹੋਈ, ਲੇਕਿਨ ਲੋਕੀ ਉਤਾਵਲੇ ਹੋ ਰਹੇ ਆ। 80% ਲੋਕੀ ਜਿਹੜੇ ਪ੍ਰੀਮੀਅਰ ਸਾਹਿਬ ਦਾ ਪਲਾਨ ਹੈਗਾ ਖੋਲਣ ਦਾ, ਉਹਦੇ ਨਾਲ ਸਹਿਮਤ ਹੈਗੇ ਆ, ਲੇਕਿਨ 70% ਲੋਕੀ ਜਿਹੜੇ ਹੈਗੇ ਆ ਉਹ ਉਤਾਵਲੇ ਹੋ ਰਹੇ ਆ ਵੀ ਛੇਤੀ ਕਰੋ। ਮੈਨੂੰ ਲੱਗਦਾ ਅਜੇ ਵੀ ਸਾਨੂੰ ਸਲੋਲੀ ਚੱਲਣਾ ਚਾਹੀਦਾ ਜੀ। ਡਾਕਟਰ ਸਾਹਿਬ ਤੁਸੀਂ ਸਮਾਂ ਕੱਢਿਆ ਸਾਡੇ ਲਈ, ਰੋਜ਼ਾਨਾ ਸਮਾਂ ਕੱਢਦੇ ਹੋ, ਗੱਲਬਾਤ ਕਰਦੇ ਹੋ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ। ਕੱਲ ਨੂੰ ਫਿਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਧੰਨਵਾਦ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ ਜੀ। ਦੋਸਤੋ, ਇਹ ਸਨ ਡਾਕਟਰ ਪ੍ਰਗਟ ਸਿੰਘ ਪੁਰ ਜੀ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਸਾਡੇ ਨਾਲ ਹਮੇਸ਼ਾ ਆ ਕੇ ਸਾਨੂੰ ਅਪਡੇਟ ਕਰਦੇ ਨੇ ਇਹਦੇ ਸੰਬੰਧੀ। ਸੋ ਕੱਲ੍ਹ ਦੋਸਤੋ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਕੱਲ੍ਹ ਦੀਆਂ ਕੁਝ ਨਵੀਆਂ ਤਾਜ਼ੀਆਂ, ਕੁਝ ਦੁਨੀਆ ਦੀਆਂ, ਕੁਝ ਅਮਰੀਕਾ ਦੀਆਂ, ਕੈਨੇਡਾ ਦੀਆਂ, ਇੰਡੀਆ ਦੀਆਂ ਅਤੇ ਸਾਡੇ ਪੰਜਾਬ ਦੀਆਂ, ਉਹਦੇ ਬਾਰੇ ਕੁਝ ਖਾਸ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਡਾਕਟਰ ਪ੍ਰਗਟ ਸਿੰਘ ਪੁਰ ਜੀ ਫਿਰ ਸਾਡੇ ਨਾਲ ਐਸੀ ਤਰ੍ਹਾਂ ਜੁੜਨਗੇ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।